मोदी सरकार टस तो मस नहीं हुई। पंजाब च 2022 च चोणां ने बीजेपी इस मुद्दे ते वंडी हुई विखाई दित्ती। साडे नाल बीजेपी दे लीडर ते साबका कैबिनेट मंत्री अनिल जोशी जी ने। जोशी जी, स्वागत है तुहाडा पंजाब तक च। धन्यवाद जी, बहुत बहुत धन्यवाद अर्शदीप जी। बिल्कुल अनिल जोशी जी, हुण दिल्ली कदों जा रहे हो? 15 दिन का अल्टीमेटम दिता सी, खत्म हो गया? सहमति बन पाई है किसानां दे मुद्दे ते बीजेपी दे विच? मैं दिल्ली जाਣ ਦੀ ਗੱਲ ਨਹੀਂ ਸੀ ਕੀਤੀ ਜੀ। ਮੈਂ ਕਿਹਾ ਸੀ ਪੰਜਾਬ ਦੇ ਵਿੱਚ ਲਾਈਕ ਮਾਈਂਡਡ ਜਿਹੜੇ ਬੰਦੇ, ਜਿਹੜੇ ਲੋਕ ਸੋਚਦੇ ਆ ਕਿ ਮੈਂ ਉਹਨਾਂ ਦੇ ਮਨ ਦੀ ਗੱਲ ਕੀਤੀ ਆ, ਮੈਂ ਉਹਨਾਂ ਕੋਲ ਜਾਵਾਂਗਾ ਤੇ ਉਹਨਾਂ ਨੂੰ ਮੈਂ ਕਹਾਂਗਾ ਕਿ ਆਪਾਂ ਸਾਰੇ ਜਿਹੜੇ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਤਕਰੀਬਨ 80% ਲੋਕਾਂ ਨੇ ਮੈਨੂੰ ਇਹ ਜਿਹੜਾ ਗੱਲ ਕੀਤੀ ਵੀ ਫੋਨ ਕਰਕੇ ਕਿ ਜਿਹੜੇ ਨਹੀਂ ਵਿਚਾਰੇ ਗੱਲ ਕਰ ਸਕਦੇ, ਨਹੀਂ ਮੁੱਖਰ ਹੋ ਕੇ ਗੱਲ ਕਰ ਸਕਦੇ, ਨਹੀਂ ਇਸ ਤਰ੍ਹਾਂ ਨਹੀਂ ਹਿੰਮਤ ਕਰਦੇ, ਮੁਸ਼ਕਲਾਂ ਤੇ ਉਹਨਾਂ ਨੂੰ ਵੀ ਆ, ਗਰਾਊਂਡ ਤੇ ਰਹਿੰਦੇ ਆ, ਉਹਨਾਂ ਨੂੰ ਘਰਾਓ ਹੋ ਰਹੇ ਆ, ਉਹਨਾਂ ਦੇ ਘਰਾਂ ਅੱਗੇ ਧਰਨੇ ਲੱਗੇ ਆ, ਬਹੁਤ 6-6 ਮਹੀਨੇ ਤੋਂ ਵੱਧ ਹੋ ਗਿਆ। ਸਾਡੇ ਐਮਐਲਏ ਨਾਲ ਜੋ ਹੈ ਸਭ ਨੂੰ ਪਤਾ, ਇਸ ਜੇ ਐਮਐਲਏ ਨਾ ਹੋ ਸਕਦਾ ਤੇ ਛੋਟੇ ਵਰਕਰਾਂ ਨੂੰ ਤੇ ਡਰ ਕੁਦਰਤੀ ਤੌਰ ਤੇ ਹੈ ਹੀ ਆ। ਜੋ ਕੋਈ ਪ੍ਰੋਗਰਾਮ ਕਰਨ ਜਾਂਦੇ ਆ, ਉਹਨਾਂ ਦੇ ਨਾਲ ਜੋ ਹੁੰਦਾ, ਜੋ ਪਿਛਲੀਆਂ ਇਲੈਕਸ਼ਨ ਸੀਗੀਆਂ ਮਿਊਨਿਸਪੈਲਿਟੀ ਦੀਆਂ, ਉਹਦੇ ਚ ਜੋ ਉਹਨਾਂ ਨਾਲ ਹੋਇਆ, ਗਾਲਾਂ ਕੱਢੀਆਂ ਗਈਆਂ, ਉਹਨਾਂ ਦੇ ਬੈਨਰ ਪਾੜਤੇ, ਬੈਨਰ ਅੱਗ ਲਾਤੀ, ਸਾੜਤੇ, ਬਾਹਰ ਨਹੀਂ ਘਰੋਂ ਨਿਕਲ ਦਿੱਤਾ ਗਿਆ, ਬਹੁਤ ਘੱਟ ਵੋਟਾਂ ਪਈਆਂ, ਬਹੁਤ ਘੱਟ ਸੀਟਾਂ ਆਈਆਂ। ਇਸ ਕਰਕੇ ਇਸੇ ਕਰਕੇ ਵਾਤਾਵਰਨ ਜਿਹੜਾ ਬੜਾ ਖਿਚਾਵਪੂਰਨ ਰਿਹਾ, ਇਸ ਕਰਕੇ ਉਹ ਵਿਚਾਰੇ ਡਰੇ ਆ। ਇਸ ਕਰਕੇ ਮੈਨੂੰ ਫੋਨ ਕਰਕੇ ਉਹਨਾਂ ਨੇ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੇ ਮਨ ਦੀ ਗੱਲ ਕੀਤੀ ਆ, ਪੰਜਾਬ ਸਾਡੇ ਸੁਣਦੇ ਨਹੀਂ ਗਏ। ਪੰਜਾਬ ਯੂਨਿਟ ਜਿਹੜਾ ਪ੍ਰਧਾਨ ਜਾਂ ਜਿਹੜੇ ਜਨਰਲ ਸੈਕਟਰੀ ਵਗੈਰਾ, ਉਹ ਇੱਕੋ ਗੱਲ ਉਹੀ ਕਹਿੰਦੇ ਜਾ ਕੇ ਜੀ ਆਪ ਵਰਚੁਅਲ ਮੀਟਿੰਗ ਕਰ ਲੈਂਦੇ ਆ, ਉਹਨਾਂ ਨੂੰ ਆਂਦੇ ਜਾਓ ਪ੍ਰੋਗਰਾਮ ਕਰਕੇ ਆਓ। ਜੋ ਉਹਨਾਂ ਨੂੰ ਮੁਸ਼ਕਲਾਂ ਉੱਥੇ ਫੇਸ ਕਰਨੀਆਂ ਪੈਂਦੀਆਂ ਉਹ ਸਮਝਦੇ ਆਪਾਂ, ਤੁਸੀਂ ਵੀ ਸਮਝਦੇ, ਟੀਵੀ ਤੇ ਵੀ ਆਉਂਦਾ, ਸੋਸ਼ਲ ਮੀਡੀਆ ਤੇ ਵੀ ਆਉਂਦਾ, ਫੜ ਲਓ ਡਾਂਗਾ ਲੈ ਕੇ ਲੋਕੀ ਭੱਜੇ ਫਿਰਦੇ ਆ। ਇਸ ਕਰਕੇ ਉਹਨਾਂ ਨੂੰ ਮੈਂ ਸਭ ਨੂੰ ਮਿਲਾਂਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਪਾਰਟੀ ਦੇ ਉੱਤੇ ਪ੍ਰੈਸ਼ਰ ਬਣੇ ਕਿ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ, ਪੰਜਾਬ ਦੇ ਆੜਤੀਆਂ ਦਾ ਮੁੱਦਾ, ਪੰਜਾਬ ਦੇ ਆਪਣਾ ਸ਼ੈਲਰ ਮਾਲਕਾਂ ਦਾ ਵਾ। 1.5 ਸਾਲ ਤੋਂ ਕੋਵਿਡ ਆ, ਬਹੁਤ ਮਹਿੰਗਾਈ ਆ, ਕੰਮ ਲੋਕਾਂ ਦਾ ਅੱਧਾ ਵੀ ਨਹੀਂ ਰਹਿ ਗਿਆ। ਮਹਿੰਗਾਈ ਜਿਹੜੀ ਆ ਉਹ ਡਿਉੜੀ ਹੋ ਗਈ ਆ ਤੇ ਲੋਕਾਂ ਦੀ ਰੋਜੀ ਰੋਟੀ, ਜੇ ਇਹ ਮੁੱਦੇ ਅਸੀਂ ਨਹੀਂ ਉਠਾਵਾਂਗੇ ਤੇ ਅਸੀਂ ਕਿਸ ਗੱਲ ਦੇ ਉੱਤੇ ਇਲੈਕਸ਼ਨ ਕਿਸ ਤਰ੍ਹਾਂ ਲੜ ਸਕਦੇ। ਇਸ ਕਰਕੇ ਮੇਰੀ ਅਨਿਲ ਜੋਸ਼ੀ ਜੀ ਚੁੱਕੇ ਨੇ, ਬਹੁਤ ਜੈਨੂਅਨ ਨੇ, ਪੰਜਾਬ ਦੇ ਲੋਕਾਂ ਦੀ ਵੀ ਇਹੀ ਆਵਾਜ਼ ਹੈ। ਤੁਸੀਂ ਕਿਹਾ ਸੀ, ਮੈਂ ਇੱਕ ਇੰਟਰਵਿਊ ਤੁਹਾਡੀ ਸੁਣ ਰਹੀ ਸੀ, 7 ਦਿਨ 10 ਦਿਨ 15 ਦਿਨ ਲੈ ਲੈ, ਤੁਸੀਂ ਕਿ ਅਲਟੀਮੇਟਮ ਟਾਈਪ ਦਿੱਤਾ ਸੀ ਆਪਣੇ ਹੀ ਬੀਜੇਪੀ ਦੇ ਲੀਡਰਾਂ ਨੂੰ ਕਿ ਗੱਲ ਸੁਣੋ, ਕਿਸਾਨਾਂ ਦੀ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਹੁਣ ਇੰਨੇ ਦਿਨ ਹੋ ਗਏ, ਕਿੰਨੀ ਕੁ ਗੱਲ ਸੁਣੀ ਗਈ ਹੈ? ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜੇ ਨੇ ਤੇ ਕਿੰਨੇ ਕੁ ਤੁਹਾਡੇ ਨਾਲ ਦਿੱਲੀ ਚੱਲਣ ਲਈ ਤਿਆਰ ਨੇ ਆਪਣੀ ਸਰਕਾਰ ਤੇ ਪ੍ਰੈਸ਼ਰ ਪਾਉਣ ਦੇ ਲਈ? ਮੈਂ ਤੇ ਦਿੱਲੀ ਤੇ ਬੁਲਾਉਣਗੇ ਤੇ ਜਾਵਾਂਗੇ ਨਾ। ਦਿੱਲੀ ਜਾ ਕੇ ਉਤਰਾ ਦਿੱਲੀ ਦਾ ਕੋਈ ਬੱਸ ਅੱਡਾ ਨੂੰ ਵੇਖ ਕੇ ਤੇ ਅਸੀਂ ਆਉਣਾ ਨਹੀਂਗਾ। ਅਸੀਂ ਗੱਲ ਆਪਣੀ ਕਰਾਂਗੇ। ਆਵਾਜ਼ ਤੇ ਮੀਡੀਆ ਰਾਹੀਂ ਜਾਂਦੀ ਹੈ, ਅੱਜ ਕੱਲ ਜਿੱਥੇ ਵੀ ਜਾਂਦੀ ਹੈ। ਤੁਹਾਡੇ ਸਾਹਮਣੇ ਜੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤੇ ਪੂਰੀ ਦੁਨੀਆ ਦੇ ਵਿੱਚ ਮੀਡੀਆ ਥਰੂ ਹੀ ਗਈ ਗੱਲ ਉਹਨਾਂ ਦੀ। ਹਾਂਜੀ, ਇਸ ਵੇਲੇ ਤੇ ਇਹ ਆ ਵੀ ਆ ਤੁਹਾਡੇ ਚੈਨਲ ਜਿਹੜੇ ਹੈਗੇ ਆ, ਇਹ ਜਿੱਥੇ ਇੱਕ ਬੰਦਾ ਕੋਈ ਮਾੜੀ ਜਿਹੀ ਵੀ ਪ੍ਰੋਬਲਮ ਹੋਵੇ ਉਹ ਗੱਲ ਕਰਦਾ ਤੇ ਉੱਥੇ ਸਭ ਦੁਨੀਆ 'ਚ ਉਸੇ ਵੇਲੇ ਘੁੰਮ ਜਾਂਦੀ ਆ। ਇਸ ਕਰਕੇ ਦਿੱਲੀ ਇਹ ਨਹੀਂ ਹੈ ਕਿ ਦਿੱਲੀ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਪਿਆ ਮੈਂ ਕੀ ਕਹਿੰਦਾ ਪਿਆ, ਜਾਂ ਸਾਡੇ ਪੰਜਾਬ ਦੇ ਲੀਡਰਾਂ ਨੂੰ ਨਹੀਂ ਪਤਾ ਲੱਗਦਾ ਪਿਆ। ਇਹ ਜਿਹੜੇ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਵਿਚਾਰੇ ਨਹੀਂ ਬੋਲ ਪਾਉਂਦੇ ਜਾਂ ਜਿਨ੍ਹਾਂ ਦੀ ਬਿਲਕੁਲ ਸੁਣਵਾਈ ਨਹੀਂ ਗਈ, ਜਿਨ੍ਹਾਂ ਨੂੰ, ਜੇ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਤੁਸੀਂ ਸੋਚ ਲਓ, ਮੈਂ ਐਕਸ ਮਿਨਿਸਟਰ ਰਿਹਾ ਵਾਂ, 3 ਇਲੈਕਸ਼ਨਾਂ ਲੜੀਆਂ, 2 ਜਿੱਤੀਆਂ, ਮੇਰੇ ਕੋਲ ਬਹੁਤ ਇੰਪੋਰਟੈਂਟ ਪੋਰਟਫੋਲੀਓ ਰਿਹਾ। ਤੇ ਜੇ ਮੇਰੀ ਨਹੀਂ ਗੱਲ ਇਹਨਾਂ ਨੇ ਸੁਣੀ ਤੇ ਆਮ ਵਰਕਰ, ਕੋਈ ਜ਼ਿਲ੍ਹਾ ਅਧਿਕਸ਼ ਆ, ਕੋਈ ਪੂਰਵ ਜ਼ਿਲ੍ਹਾ ਅਧਿਕਸ਼ ਆ, ਕੋਈ ਚੇਅਰਮੈਨ ਰਿਹਾ ਮਾੜਾ ਮੋਟ, ਕੋਈ ਹੋਰ ਜਿਹੜੇ ਛੋਟੇ ਮੋਟੇ ਸਾਡੇ ਸੈਕੰਡ ਲਾਈਨ ਦੇ ਲੀਡਰ ਹੈਗੇ ਆ, ਉਹਨਾਂ ਦੀ ਗੱਲ ਕੌਣ ਸੁਣਦਾ? ਉਹਨਾਂ ਤੇ ਇਹੀ ਆਂਦੇ ਆ ਕੋਈ ਨੈਗੇਟਿਵ ਗੱਲ ਨਹੀਂ ਕਰਨੀ। ਪਹਿਲਾਂ ਮੀਟਿੰਗ ਹੁੰਦੀ ਤਾਂ ਸਭ ਤੋਂ ਪਹਿਲਾਂ ਇਹ ਆਰਡਰ ਆਉਂਦਾ ਵੀ ਕੋਈ ਨੈਗੇਟਿਵ ਗੱਲ ਨਹੀਂ ਕਰਨੀ। ਉਹਨਾਂ ਨੂੰ ਕੋਈ ਕੰਮ ਦੀ ਗੱਲ, ਗਰਾਊਂਡ ਦੀ ਗੱਲ ਕਰੇ ਤੇ ਸਾਡੇ ਲੀਡਰਾਂ ਨੂੰ ਨੈਗੇਟਿਵ ਗੱਲ ਲੱਗਦੀ ਆ ਵੀ ਉਹ ਖਰੇ ਸਾਰਿਆਂ ਨੂੰ ਕੋਈ ਜਿਹੜਾ ਵਾ ਉਹ ਜੇ ਕੰਨ ਦੂਜਿਆਂ ਦੇ ਕੰਨਾਂ 'ਚ ਜਾਊਗਾ ਤੇ ਉਹ ਵੀ ਇਹ ਕਹਿਣਗੇ ਗੱਲ ਤੇ ਠੀਕ ਆ। ਇਹ ਨਾ ਕੋਈ ਕਵੇ ਗੱਲ ਤੇ ਠੀਕ ਹੈ, ਚੁੱਪ ਕਰਕੇ ਘੁੱਟੇ ਵੱਟੇ ਆਉਣ, ਗੱਲ ਸਾਡੀ ਸੁਣਨ, ਸਾਡੀਆਂ ਸਪੀਚਾਂ ਸਾਰੀ ਦਿਹਾੜੀ ਸੁਣਨ ਤੇ ਘਰ ਨੂੰ ਚਲੇ ਜਾਣ। ਉਹਨਾਂ ਦੇ ਅੰਦਰ ਜਿਹੜੀ ਘੁੱਟਣ ਆ ਜਾਂ ਉਹਨਾਂ ਦੇ ਅੰਦਰ ਜੋ ਗੁਬਾਰ ਆ ਨਾ, ਉਹ ਕੋਈ ਕਢਾ ਨਹੀਂ ਰਿਹਾ। ਮੈਂ ਪਹਿਲਾਂ ਹੀ ਇਹਨਾਂ ਨੂੰ ਕਿਹਾ, ਮੈਂ ਕਿਹਾ 23 ਐਮਐਲਏ ਆਪਾਂ ਲੜਦੇ ਆ। ਦੇਖੋ ਤੁਸੀਂ 23 ਐਮਐਲਏ ਨੂੰ ਬੁਲਾਓ, ਆਪਣੀ ਕੋਰ ਕਮੇਟੀ ਜਿਹੜੀ ਬੁਲਾ ਲਓ, ਨਾਲ ਹੋਰ ਕੋਈ 5-7-10 ਲੀਡਰ ਹੋਰ ਬੁਲਾ ਲਓ ਜਿਹੜੇ ਪ੍ਰਮੁੱਖ ਲੱਗਦੇ ਆ, ਤੇ ਆਪਾਂ ਇੱਕ ਕੰਸੈਂਸਸ ਬਣਾਈਏ, ਆਪਾਂ ਸਭ ਵਿਚਾਰ ਕਰੀਏ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਡੀਲ ਕਰਨਾ ਇਸ ਮੁੱਦੇ ਨੂੰ। ਉਦੋਂ ਤਾਂ ਪੰਜਾਬ 'ਚ ਹੀ ਸੀਗਾ ਇਹ, ਉਦੋਂ ਦਾ ਲੜ ਕੇ 10 ਵਾਰੀ 20 ਵਾਰੀ ਕਹਿ ਲਿਆ ਵਾ। ਇੰਨੇ ਜੇ 23 ਆਪਾਂ ਐਮਐਲਏ ਜਿਹੜੇ ਲੜੇ ਆ, ਜਿਹੜੇ ਇਹਨਾਂ ਨੂੰ ਹਰ ਅੱਜ ਦੀ ਡੇਟ 'ਚ ਹਾਰਨ ਦਿੱਤਾ ਨਾ, ਨਹੀਂ ਹਾਰੇ ਐਮਐਲਏ ਜਿਹੜੇ, ਉਹਨਾਂ ਤੱਕ ਕੋਈ ਲੋਕੀ ਆਉਂਦੇ ਆ ਛੋਟੇ ਮੋਟੇ ਕੰਮ ਲੈ ਕੇ, ਦੁੱਖ ਸੁੱਖ ਲੈ ਕੇ, ਤੇ ਉਹ ਗਰਾਊਂਡ ਦੀ ਗੱਲ, ਆਪਣੀ ਦੁੱਖ ਸੁੱਖ ਜੇ ਲੋਕੀ ਦੱਸਦੇ ਆ ਨਾ, ਸਾਰੀ ਗਰਾਊਂਡ ਦੀ ਰਿਐਲਿਟੀ ਜਿਹੜੀ ਹੁੰਦੀ ਹੈ ਨਾ, ਉਹ ਜਿਹੜੇ ਇਲੈਕਸ਼ਨਾਂ ਲੜਦੇ ਆ, ਜਿੰਨਾ ਉਹਨਾਂ ਨੂੰ ਪਤਾ ਹੁੰਦਾ ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਉਹਨੂੰ ਵੀ ਇਹ ਕੱਢਣੀ, ਇੱਕ ਸਿੰਗਲ ਇਹਨਾਂ ਦੀ ਮੀਟਿੰਗ ਨਹੀਂ ਇਸ ਮੁੱਦੇ ਤੇ ਬੁਲਾਈ ਵੀ ਆਪਾਂ ਕਿਸਾਨਾਂ ਦੇ ਮੁੱਦੇ ਦਿੱਤੇ 23 ਐਮਐਲਏਆਂ ਦੀ ਤੇ ਬਾਕੀ ਕੋਰ ਕਮੇਟੀ ਇਕੱਠੀ ਇੱਕ ਮੀਟਿੰਗ ਬੁਲਾ ਕੇ
ਸਾਨੂੰ ਤਾਂ ਪਤਾ ਵੀ ਨਹੀਂ ਜਾਂਦੇ ਅਸੀਂ ਆਹ ਕੀਤਾ ਉੱਥੇ ਦਿੱਲੀ ਆ ਕਿਆ ਜਾ ਕੇ ਸਾਨੂੰ ਜਦੋਂ ਸਾਨੂੰ ਐਕਸਪਲੇਨ ਨਹੀਂ ਗਾ ਅਸੀਂ ਗਾਂ ਕੀ ਕਿਸੇ ਨੂੰ ਕਵਾਂਗੇ। ਸਾਨੂੰ ਵੀ ਤਾਂ ਲੋਕ ਆਂਦੇ ਆ ਨਾ ਵੀ ਦੱਸੋ ਕਰੋ ਜੀ ਗੱਲ ਦਿੱਲੀ ਮੇਰੇ ਬੀਜੇਪੀ ਦੇ ਜਿਹੜੇ ਲੀਡਰਸ ਦੇ ਨਾਲ ਗੱਲ ਹੁੰਦੀ ਹੈ, ਜਿਵੇਂ ਦੁਸ਼ਯੰਤ ਗੌਤਮ ਜੀ ਨਾਲ ਮੈਂ ਗੱਲ ਕੀਤੀ, ਦਿਗਵਿਜੇ ਜੀ ਨਾਲ ਗੱਲ ਕੀਤੀ, ਉਹ ਜਿਹੜੀ ਤੁਸੀਂ ਰਿਐਲਿਟੀ ਦੱਸ ਰਹੇ ਹੋ ਉਹ ਤਾਂ ਬਿਲਕੁਲ ਉਲਟ ਦੱਸਦੇ ਨੇ। ਉਹ ਕਹਿੰਦੇ ਨੇ ਪਿੰਡਾਂ ਦੇ ਵਿੱਚ ਬੀਜੇਪੀ ਦੀ ਗੱਲ ਸੁਣੀ ਜਾ ਰਹੀ ਹੈ, ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੈ। ਜਿਹੜੇ ਵਿਰੋਧ ਕਰਦੇ ਨੇ ਕਮਿਊਨਿਸਟ ਨੇ, ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਪਿਕਚਰ ਦੇਖ ਨਹੀਂ ਰਹੀ, ਇਗਨੋਰ ਕਰ ਰਹੇ ਨੇ। ਜਿਵੇਂ ਤੁਹਾਨੂੰ ਇਹ ਪਤਾ ਲੱਗ ਰਿਹਾ ਕਿ 2022 ਦੀਆਂ ਚੋਣਾਂ ਸਿਰ ਤੇ ਨੇ, ਕਿਉਂਕਿ ਤੁਸੀਂ ਪੰਜਾਬ ਦੇ ਲੀਡਰ ਹੋ, ਅੰਮ੍ਰਿਤਸਰ 'ਚ ਤੁਸੀਂ ਵਿਚਰਦੇ ਹੋ, ਤੁਹਾਨੂੰ ਪਤਾ ਹੈ ਰਿਐਲਿਟੀ ਕੀ ਹੈ ਕਿ ਬੀਜੇਪੀ ਦੇ ਲਈ 2022 'ਚ ਕਿੰਨੀ ਵੱਡੀ ਚੁਣੌਤੀ ਹੈ। ਪਰ ਉਹ ਲੀਡਰ ਕਹਿ ਰਹੇ ਨੇ ਅਸੀਂ ਤਾਂ ਸਰਕਾਰ ਬਣਾ ਰਹੇ ਹਾਂ। ਤੁਹਾਨੂੰ ਲੱਗਦਾ ਹੈ ਐਸੇ ਹਾਲਾਤ ਦੇ ਵਿੱਚ ਬੀਜੇਪੀ ਸਰਕਾਰ ਬਣਾ ਸਕਦੀ ਹੈ? ਲੀਡਰਾਂ ਨਾਲ ਤੁਸੀਂ ਗੱਲ ਕੀਤੀ, ਉਹਨਾਂ ਨੂੰ ਕਹੋ ਨਾ ਜੀ ਤੁਸੀਂ ਐਲਾਨ ਕਰੋ ਵੀ ਆ ਫਲਾਣੇ ਦਿਨ ਫਲਾਣੇ ਪਿੰਡ ਜਾ ਕੇ ਅਸੀਂ ਵੋਟਾਂ ਮੰਗਾਂਗੇ, ਉੱਥੇ ਸਪੀਚ ਕਰਾਂਗੇ ਸਟੇਜ ਲਾ ਕੇ। ਅਸਲੀਅਤ ਤੇ ਫਿਰ ਪਤਾ ਲੱਗੂਗੀ ਨਾ ਉਹਨਾਂ ਨੂੰ। ਉਹ ਉੱਥੋਂ ਬੈਠੇ ਜੇ ਗੱਲ ਦਿੱਲੀੋਂ ਆਏ, ਉੱਥੇ ਆਏ ਦਫ਼ਤਰ ਦੇ ਵਿੱਚ ਤੁਹਾਡੇ ਨਾਲ ਫੋਨ ਤੇ ਗੱਲ ਕਰ ਲਈ ਜਾਂ ਤੁਸੀਂ ਮਾਈਕ ਅੱਗੇ ਕੀਤਾ ਤੇ ਉਹਦੇ ਚ ਜੋ ਮਰਜ਼ੀ ਕਹਿ ਦਿੱਤਾ, ਇਹਦੇ ਨਾਲ ਅਸਲੀਅਤ ਨਹੀਂ ਪਤਾ ਲੱਗਣੀ। ਅਸਲੀਅਤ ਤੇ ਪਤਾ ਲੱਗਦੀ ਹੈ ਜਿਹੜਾ ਐਮਐਲਏ ਨਾਲ ਜੋ ਸਾਡੇ ਨਾਲ ਬੋਰ ਵਾਲੇ ਨਾਲ ਹੋਇਆ ਹਨਾ, ਉਹ ਸਾਹਮਣੇ ਹੀ ਹੈ ਨਾ ਸਭ ਦੇ। ਰੋਜ਼ ਇੱਥੇ ਦਿਖਦਾ ਵਾ ਕਦੀ ਕੋਈ ਜਾਣੀ ਸਾਹਿਬ ਦੇ ਮਗਰ ਭੱਜੇ ਫਿਰਦੇ ਆ, ਕਦੀ ਕੋਈ ਦੂਜੇ ਲੀਡਰ ਦੇ ਮਗਰ ਭੱਜੇ ਫਿਰਦੇ ਆ, ਕਦੀ ਕਿਸੇ ਦੇ ਮਗਰ ਭੱਜੇ ਫਿਰਦੇ ਆ। ਕਿਸੇ ਨੂੰ ਪਿੰਡ ਤੇ ਵੜਨ ਨਹੀਂ ਦਿੱਤਾ ਜਾ ਰਿਹਾ। ਕੋਈ ਚੋਰੀ ਜਾ ਕੇ ਉੱਥੇ ਫੋਟੋ ਉਹਦੇ ਉੱਤੇ ਲਾ ਕੇ ਆਪਣਾ ਮੋਬਾਈਲ ਦੇ ਉੱਤੇ ਬਗੈਰ ਦੱਸਣ ਤੋਂ ਤੇ 4 ਬੰਦਿਆਂ ਨੂੰ ਮਿਲ ਕੇ ਆ ਜਾਏਦਾ ਜਲਦੀ ਕਰਕੇ ਤੇ ਆਖੇ ਮੈਂ ਬੜਾ ਪ੍ਰੋਗਰਾਮ ਕਰ ਰਿਹਾ ਜਾਂ ਆਪਣੇ ਬੰਦਿਆਂ ਦੱਸਾਂ ਕੋ ਹਾਰ ਸੇਰੇ ਪਵਾ ਕੇ ਆ ਜਾਏ, ਤੇ ਇਹ ਤੇ ਸਾਰਾ ਆਪਣੇ ਆਪ ਨੂੰ ਝੂਠ ਬੋਲਣ ਵਾਲੀ ਗੱਲ ਆ। ਪਾਰਟੀ ਦਾ ਫਾਇਦਾ ਨਹੀਂ, ਇਹਦੇ ਨੁਕਸਾਨ ਕਰਦੇ ਪਏ ਆਪਾਂ। ਤੁਸੀਂ ਵੀ ਇੱਥੇ ਮੀਡੀਆ, ਤੁਸੀਂ ਜਿਹੜਾ ਚੈਨਲ ਚਲਾਉਂਦੇ ਜੇ, ਬਹੁਤ ਸਾਰੇ ਚੈਨਲ, ਤੁਹਾਨੂੰ ਹਕੀਕਤ ਨਹੀਂ ਪਤਾ। ਤੁਸੀਂ ਉਹਨਾਂ ਨੂੰ ਕਿਹਾ ਨਹੀਂ ਜੀ ਸਾਨੂੰ ਤੇ ਆਹ ਹਕੀਕਤ ਲੱਗਦੀ, ਅਸੀਂ ਤਾਂ ਕਹਿੰਦੇ, ਉਹ ਕਹਿੰਦੇ ਕਿ ਨਹੀਂ ਰਿਐਲਿਟੀ ਸਾਨੂੰ ਪਤਾ, ਅਸੀਂ ਜਾਂਦੇ ਪਿੰਡਾਂ 'ਚ। ਬਈ ਅਸੀਂ ਵੀ ਪੰਜਾਬ ਦੇ ਹਾਂ, ਅਸੀਂ ਵੀ ਪਿੰਡਾਂ ਦੇ ਹਾਲਾਤ ਜਾਣਦੇ ਹਾਂ, ਕਿੰਨਾ ਵਿਰੋਧ ਹੋ ਰਿਹਾ ਹੈ। ਬੀਜੇਪੀ ਦੀ ਕੋਈ ਵੀ ਇੱਕ ਲੀਡਰ ਜਿੱਤ ਨਹੀਂ ਪਾਏਗਾ। ਕਿਸਾਨ ਕਹਿੰਦੇ ਨੇ, ਵਿਰੋਧੀ ਕਹਿੰਦੇ ਨੇ, ਤੇ ਸੱਚਾਈ ਤੁਹਾਨੂੰ ਵੀ ਅੰਦਰ ਪਤਾ ਹੋਵੇਗੀ। ਪਰ ਉਹ ਲੀਡਰ ਕਹਿੰਦੇ ਨੇ ਕਿ ਅਸੀਂ ਕਹਿ ਰਿਹਾ, ਮੈਂ ਤਾਂ ਸੱਚਾਈ, ਮੈਂ ਤੇ ਰੌਲਾ ਜਿਤਾਂਦੇ ਨੇ ਨਾ ਕਿ ਕੋਈ ਦੁੱਖ ਤਕਲੀਫ ਹੈ ਤਾਂ ਕੋਠੇ ਤੇ ਚੜ ਕੇ ਰੌਲਾ ਪਾਉਣਾ ਚਾਹੀਦਾ। ਮੈਂ ਤੇ ਕੋਠੇ ਤੇ ਚੜ ਕੇ ਰੌਲਾ ਪਾਉਂਦਾ ਪਿਆ ਕਿ ਸਾਡੀ ਪਾਰਟੀ ਨੂੰ ਦੁੱਖ ਤਕਲੀਫ ਆ, ਤੇ ਮੈਂ ਉਹ ਛੱਤ ਤੇ ਚੜ ਕੇ ਰੌਲਾ ਪਾਉਂਦਾ ਪਿਆ। ਮੈਂ ਤੇ ਕੋਈ ਅੰਦਰ ਵੜ ਕੇ ਨਹੀਂ ਗੱਲ ਕਰਦਾ ਪਿਆ। ਮੈਂ ਤੇ ਇਸੇ ਕਰਕੇ ਕਹਿੰਦਾ ਪਿਆ ਵੀ ਅਸਲੀਅਤ ਨੂੰ ਪਛਾਣੋ, ਆਪਣੇ ਆਪ ਨੂੰ ਝੂਠ ਨਾ ਬੋਲੋ। ਆਪਾਂ ਆਪਣੇ ਆਪ ਨੂੰ ਝੂਠ ਬੋਲਦੇ ਪਏ, ਕਿਸੇ ਨੂੰ ਨਹੀਂ ਬੋਲਦੇ ਪਏ। ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਪਏ, ਆਪਣਾ ਨੁਕਸਾਨ ਕਰਦੇ ਪਏ ਆ। ਇਸ ਕਰਕੇ ਇਹ ਜਿਹੜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂਗਾ। ਵਰਕਰ ਤੇ ਸਗੋਂ ਜਿਹੜੇ ਆ ਨਾ ਵਿਚਾਰੇ ਹੋਰ ਡਿਮੋਰਲਾਈਜ਼, ਇਹਨਾਂ ਗੱਲਾਂ ਤੋਂ ਹੋਰ ਡਿਮੋਰਲਾਈਜ਼ ਹੁੰਦੇ ਹਨ। ਉਹ ਹੀ ਸੋਚਦੇ ਆ ਵੀ ਇਹ ਕਿਹੜੀ ਦੁਨੀਆ 'ਚ ਰਹਿੰਦੇ ਆ। ਜਿੰਨੇ ਕਾਰਜਕਾਰਨੀ ਮੀਟਿੰਗ ਕੱਲ ਪਰਸੋਂ ਹੋਈ 2-3 ਦਿਨ ਪਹਿਲਾਂ, ਜਿੰਨੇ ਵਿਚਾਰਿਆਂ ਨੂੰ ਪੁੱਛੀਦਾ ਆਉਂਦੇ ਜੀ ਉਹ ਆਪਣੀਆਂ ਸਪੀਚਾਂ ਕਰ ਜਾਂਦੇ, ਸਾਡੀ ਤੇ ਕੋਈ ਗੱਲ ਸੁਣਦਾ ਨਹੀਂ। ਜਾਂ ਤੇ ਉੱਥੇ ਓਪਨ ਸੈਸ਼ਨ ਜਿਹੜਾ ਹੁੰਦਾ ਵਾ ਕਾਰਜਕਾਰਨੀ ਦਾ, ਉੱਥੇ ਸਭ ਨੂੰ ਕਹਿਣ ਤੁਸੀਂ ਆਪਣੀ ਗੱਲ ਦੱਸੋ ਜੀ, ਓਪਨ ਹਾਰਟ ਦੇ ਨਾਲ ਗੱਲ ਦੱਸੋ, ਖੁੱਲੇ ਮਨ ਨਾਲ ਗੱਲ ਦੱਸੋ। ਉੱਥੇ ਜਦੋਂ ਤੁਹਾਨੂੰ ਦੱਸਿਆ ਪਹਿਲਾਂ ਫਤਵਾ ਜਾਰੀ ਹੋ ਜਾਂਦਾ ਵੀ ਕਿਸੇ ਨੇ ਨੈਗੇਟਿਵ ਗੱਲ ਨਹੀਂ ਕਰਨੀ। ਜੋ ਅਸੀਂ ਆਨੇ ਉਹਨੂੰ ਸੁਣੋ, ਉਹਨੂੰ ਗ੍ਰਹਿਣ ਕਰੋ ਤੇ ਜਾਓ ਤੇ ਕੁਰਬਾਨੀ ਦਿਓ ਜਾ ਕੇ। ਤੇ ਇਹ ਉੱਥੋਂ ਬੈਠੇ ਕਹਿਣ ਜੀ ਸਾਡੇ ਬੰਦਿਆਂ ਦੀਆਂ ਕੁਰਬਾਨੀਆਂ ਹੋ ਰਹੀਆਂ। ਇਹ ਤੇ ਐਵੇਂ ਬਸ ਇੱਥੋਂ ਤੱਕ। ਤੁਸੀਂ ਸਿਰਫ ਇੱਕ ਮਿੰਟ ਪਲੀਜ਼ ਅਰਸ਼ਦੀਪ ਜੀ, ਸਿਰਫ ਕਿਸਾਨਾਂ ਦੀ ਨਹੀਂ, ਜਿਹੜੇ ਉੱਥੇ ਗਏ ਵੀ ਨਹੀਂ ਨਾ ਬਾਰਡਰ ਤੇ ਜਾਂ ਐਜੀਟੇਸ਼ਨ ਸਿੰਗਲ ਵਾਰੀ ਇੱਕ ਵਾਰੀ ਵੀ ਨਹੀਂ ਗਏ, ਉਹ ਲੋਕ ਵੀ ਜਿਹੜੇ ਆ ਨਾ, ਉਹ ਇੰਨਾ ਕੁ ਅੰਦਰ ਸਾਡੇ ਪ੍ਰਤੀ ਜਿਹੜਾ ਮਨ ਦੇ ਵਿੱਚ ਉਹਨਾਂ ਦੇ ਮਤਲਬ ਤਕਲੀਫ ਆ, ਜਾਂ ਸਾਨੂੰ ਕਿਸ ਤਰ੍ਹਾਂ ਦੇ ਵਿੱਚ, ਜਿਸ ਤਰ੍ਹਾਂ ਅਸੀਂ ਕੋਈ ਪਾਕਿਸਤਾਨੋਂ ਆਏ ਹੁੰਦੇ ਆ ਜਾਂ ਕੋਈ ਅਸੀਂ ਸਾਨੂੰ ਕੋਈ ਸਿੰਘ ਲੱਗ ਗਿਆ। ਬੀਜੇਪੀ ਦੇ ਲੋਕਾਂ ਨੂੰ ਇਸ ਤਰ੍ਹਾਂ ਵਹਿੰਦੇ ਆ। ਸਾਡੇ ਬਹੁਤ ਸਾਰੇ ਜਿਹੜੇ ਚੰਗੇ ਮਿੱਤਰ ਆ ਨਾ, ਉਹ ਵੀ ਸਾਨੂੰ ਇਹੀ ਕਹਿੰਦੇ ਆ ਕਿ ਬੀਜੇਪੀ ਤੁਹਾਨੂੰ, ਤੁਸੀਂ ਜਾ ਕੇ ਕਰੋ ਦਿੱਲੀ, ਵਿਚਾਰੇ ਕਿਸਾਨ ਇੰਨੇ ਮਰ ਗਏ ਆ, ਇਤਨਾ ਬੈਠੇ ਆ। ਉਹ ਵਿਚਾਰੇ ਤਾਂ ਸਾਨੂੰ, ਸਾਡੇ ਜਿਹੜੇ ਵਾਕਫ ਆ ਉਹ ਤੇ ਇਤਨਾ ਹੀ ਆਂਦੇ ਆ ਜਾ ਕੇ। ਹੁਣ ਕਰੀਏ ਕਿੱਥੇ ਗੱਲ, ਜੇ ਕਰੀਏ ਸਾਨੂੰ ਤੇ ਆਪ ਖੁਦ, ਕਿਉਂਕਿ ਜੇ ਪੰਜਾਬ ਵਾਲਿਆਂ ਨੇ ਨਹੀਂ, ਮੈਂ ਦਿੱਲੀ ਗਿਆ, ਦਿੱਲੀ ਮੈਂ ਫਿਰ ਅਖੀਰ ਸੋਚਿਆ, ਮੈਂ ਗੱਲ-ਗੁੱਲ ਕਰਕੇ ਵੇਖੀ, ਉਹਨਾਂ ਨੇ ਕੋਈ ਸੁਣਾਈ। ਫਿਰ ਮੈਂ ਕਿਹਾ ਕੋਈ ਇਹੋ ਜਿਹੀ ਪੋਸਟ ਹੈ ਨਹੀਂ ਹੈ ਇਸ ਵੇਲੇ ਵੀ ਇਹ ਸੁਣਵਾਈ ਕਰਨ। ਫਿਰ ਮੈਂ ਪੰਜਾਬ ਪ੍ਰਧਾਨ ਨੂੰ ਕਹਿਣਾ ਸ਼ੁਰੂ ਕੀਤਾ, ਉੱਥੇ ਵੀ ਕੋਈ ਸੁਣਵਾਈ ਨਹੀਂ। ਅਖੀਰ ਮੈਂ ਕਾਰਜਕਾਰਨੀ 'ਚ ਓਪਨ ਬੋਲਿਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਲੈਕਲਿਸਟ ਪਾਤਾ ਵੀ ਮੇਰੀ ਜਿਹੜੇ ਬਾਅਦ ਦੇ ਵਿੱਚ ਪ੍ਰੋਗਰਾਮ ਤੈਅ ਹੋਏ ਕੋਈ ਪ੍ਰੈਸ ਕਾਨਫਰੰਸਿਸ ਦੇ, ਭਾਵੇਂ ਉਹ ਔਖੇ ਸੀ ਭਾਵੇਂ ਸੌਖੇ ਸੀ, ਕੋਈ ਜਾਵੇ ਨਾ ਜਾਵੇ, ਨਾਂ ਤੇ ਲਿਸਟ ਆਉਣਾ ਚਾਹੀਦਾ ਨਾ ਵੀ ਸਾਰੇ ਐਕਸ ਮਿਨਿਸਟਰ, ਸਾਰੇ ਐਕਸ ਐਮਐਲਏ ਜਾਂ ਐਮਐਲਏ ਜਾਂ ਕਾਰਜਕਾਰਨੀ ਦੇ ਸਾਡੇ ਸੈਕਟਰੀ ਤੱਕ ਜਿਹੜੇ ਆ ਪ੍ਰੈਸ ਕਾਨਫਰੰਸ, ਮੇਰਾ ਨਾਂ ਕੱਟਿਆ ਜਾਵੇ। ਫਿਰ ਮੈਂ ਇਹਨਾਂ ਨੂੰ ਕਿਹਾ, ਪ੍ਰਧਾਨ ਜੀ ਨੂੰ, ਮੈਂ ਕਿਹਾ ਜੀ ਤੁਸੀਂ, ਇਹਦਾ ਮਤਲਬ ਲੋਕਤੰਤਰ ਖਤਮ ਹੋ ਗਿਆ ਪਾਰਟੀ 'ਚ। ਮੈਂ ਇੰਨੀ ਗੱਲ ਪਾਰਟੀ ਦੇ ਵਿੱਚ ਕਹੀ ਆ, ਅੰਦਰ ਕਹੀ ਆ, ਚਲੋ ਠੀਕ ਹੋ ਗਈ ਗੱਲ ਤੇ 2-4 ਅਖਬਾਰਾਂ 'ਚ ਛਪ ਗਈ, ਤੇ ਮੈਂ ਕਿਹਾ ਉਹਦੇ ਤੋਂ ਬਾਅਦ ਤੁਸੀਂ ਮੇਰਾ ਨਾਂ ਕੱਟਤਾ ਹੈ ਪ੍ਰੈਸ ਕਾਨਫਰੰਸਾਂ ਤੋਂ, ਕੀ ਡਰ ਆ? ਮੈਂ ਕਿਹਾ ਇਹਦਾ ਮਤਲਬ ਲੋਕਤੰਤਰ ਖਤਮ। ਤੁਸੀਂ ਕੋਈ ਗੱਲ ਕਰੂਗਾ
ਉਹਨੂੰ ਤੁਸੀਂ ਬਲੈਕਲਿਸਟ ਪਾਓਗੇ। ਫਿਰ ਮੇਰੇ ਨਾਲ ਇਹ ਆਪਣਾ ਜਿਹੜਾ ਵਾ ਇੱਕ ਹੋਰ ਅੰਮ੍ਰਿਤਸਰ ਮੀਟਿੰਗ ਹੋਈ, ਫਿਰ ਮੇਰੇ ਨਾਲ ਗਰਮਾ ਗਰਮੀ ਹੋ ਗਈ। ਇਹਨਾਂ ਨੂੰ ਲੱਗਾ ਵੀ ਮੈਂ ਜ਼ਿਆਦਾ, ਮੈਂ ਕਿਹਾ ਮੈਂ ਉਦੋਂ ਤੋਂ ਲੁਧਿਆਣੇ ਤੋਂ ਬਾਅਦ ਇੱਥੇ ਅੰਮ੍ਰਿਤਸਰ ਕਿਹਾ ਆਂਦੇ ਜੀ ਤੁਸੀਂ ਉੱਥੇ ਵੀ ਗੱਲ ਕਰ ਲਈ ਸੀ। ਮੈਂ ਕਿਹਾ ਉਸ ਤੋਂ ਬਾਅਦ ਮੀਟਿੰਗ ਨਹੀਂ ਹੋਈਆਂ, ਇਸ ਤੋਂ ਬਾਅਦ ਪ੍ਰੈਸ ਕਾਨਫਰੰਸਾਂ ਹੋਈਆਂ ਨਹੀਂ। ਫਿਰ ਮੇਰਾ ਨਾਂ ਪਾਤਾ, ਤੁਸੀਂ ਉਦੋਂ ਆਂਦੇ ਮੈਂ ਨਹੀਂ ਕੱਟਿਆ, ਮੈਂ ਨਹੀਂ ਕੱਟਿਆ। ਫਿਰ ਉਦੋਂ ਮੇਰੀ ਗਰਮਾ, ਫਿਰ ਉਸ ਤੋਂ ਬਾਅਦ ਮੈਂ ਕਦੀ ਇਹਨਾਂ ਨੂੰ ਫੋਨ ਨਹੀਂ ਕੀਤਾ। ਇਸ ਕਰਕੇ ਮੈਂ ਤੇ ਸਮਝਦਾ ਵਾਂ ਵੀ ਉਹ ਡਰਦੇ ਵਿਚਾਰੇ ਜਿਹੜੇ ਆ ਨਾ ਵਰਕਰ ਗੱਲ ਨਹੀਂ ਕਰਦੇ, ਉਹਨਾਂ ਦੀ ਹਿੰਮਤ ਨਹੀਂ ਹੈਗੀ ਇਹਨਾਂ ਦੇ, ਕਿਉਂਕਿ ਉਹਨਾਂ ਦੀ ਸੁਣਵਾਈ ਨਹੀਂ ਗੀ। ਤੇ ਅੱਜ ਦੀ ਡੇਟ 'ਚ ਵੀ ਇਹ ਅਸਲੀਅਤ ਨੂੰ ਨਾ ਸਮਝਦੇ ਹੋਏ ਉਸੇ ਤਰ੍ਹਾਂ ਦੀ ਡਿਕਟੇਟਰਸ਼ਿਪ ਚਲਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਤੇ ਤੁਹਾਨੂੰ ਦੱਸਿਆ ਫਤਵਾ ਜਾਰੀ ਕਰ ਲੈਂਦੇ, ਕੋਈ ਨੈਗੇਟਿਵ ਗੱਲ ਨਾ, ਇਹ ਅਸਲੀਅਤ ਨੂੰ ਨੈਗੇਟਿਵ ਗੱਲ ਕਹਿੰਦੇ ਆ। ਜਿਹੜਾ ਬੰਦਾ ਅਸਲੀਅਤ ਸੁਣ ਕੇ ਰਾਜੀ ਨਹੀਂ, ਉਹਦਾ ਭਲਾ ਕਿੱਥੇ ਹੋਊਗਾ। ਬਿਲਕੁਲ, ਕਿਸਾਨਾਂ ਦੀ ਗੱਲ ਕਰਨ ਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪਿਆ। ਇਹ ਗੱਲ ਮੈਂ ਦੁਸ਼ਯੰਤ ਗੌਤਮ ਜੀ ਨਾਲ ਵੀ ਕੀਤੀ ਸੀ ਕਿ ਦੇਖੋ ਅਨਿਲ ਜੋਸ਼ੀ ਬੜੀ ਬੇਬਾਕੀ ਦੇ ਨਾਲ ਕਿਸਾਨਾਂ ਦੀ ਗੱਲ ਕਰ ਰਹੇ ਨੇ, ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਈ ਆਪਣੇ ਇੰਟਰਸਟ ਹੋ ਸਕਦੇ ਨੇ। ਕਿ ਤੁਸੀਂ ਬੀਜੇਪੀ 'ਚ ਹੀ ਰਹਿਣਾ ਹੈ ਅਨਿਲ ਜੋਸ਼ੀ ਜੀ, ਅਗਰ ਇਹ ਸਾਰੀਆਂ ਗੱਲਾਂ ਕਰ ਰਹੇ ਹੋ, ਕਿ ਤੁਹਾਨੂੰ ਲੱਗਦਾ ਹੈ ਐਸੇ ਹਾਲਾਤ 'ਚ ਤੁਸੀਂ ਇਸ ਪਾਰਟੀ ਨਾਲ ਹੀ ਬਣੇ ਰਹੋਗੇ ਅਗਰ ਤੁਹਾਡੀ ਸੁਣਵਾਈ ਅੱਗੇ ਨਹੀਂ ਹੁੰਦੀ? ਮੈਂ ਕਿੰਨਾ ਲੰਬਾ ਸਮਾਂ ਪਾਰਟੀ 'ਚ ਰਿਹਾ, ਮੈਂ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਵਿੱਚ। ਮੈਂ ਪਾਰਟੀ ਦੇ ਵਿੱਚ ਮੇਰਾ ਯੋਗਦਾਨ ਆ। ਇਹ ਠੀਕ ਹੈ ਪਾਰਟੀ ਨੇ ਮੈਨੂੰ ਮਾਣ ਸਤਿਕਾਰ ਦਿੱਤਾ, ਮੈਨੂੰ ਟਿਕਟ ਦਿੱਤੀ ਹੈ, ਪਰ ਟਿਕਟਾਂ ਬਹੁਤ ਸਾਰੇ ਲੋਕਾਂ ਨੂੰ ਮਿਲਦੀਆਂ। ਮੈਂ ਤਿੰਨਾਂ 'ਚੋਂ 2 ਵਾਰੀ ਜਿੱਤਿਆ ਤੇ ਮੈਂ ਤੀਸਰੀ ਜਿਹੜੀ ਹਾਰਿਆ ਉਹਦੇ 'ਚ ਸਾਡੇ ਹੀ ਲੀਡਰਾਂ ਦਾ ਬਹੁਤ ਵੱਡਾ ਯੋਗਦਾਨ ਸੀ, ਨਹੀਂ ਤੇ ਮੈਂ ਹਾਰ ਨਹੀਂ ਸੀ ਸਕਦਾ। ਜੇ ਅੰਮ੍ਰਿਤਸਰ ਨੂੰ ਤੁਸੀਂ ਜਾਣਦੇ ਜੇ ਨਾ, ਜੇ ਤੁਹਾਡੇ ਕੁਝ ਲਿੰਕਸ ਹੈਗੇ ਤਾਂ ਉਹਨਾਂ ਨੂੰ ਪੁੱਛਿਓ ਵੀ ਮੈਂ ਜਿੰਨਾ ਕੰਮ ਕੀਤਾ ਉਹ ਹਾਰਨ ਵਾਲਾ ਸੀ। ਜਿੰਨੀ ਇਮਾਨਦਾਰੀ ਨਾਲ ਮੈਂ ਡਿਪਾਰਟਮੈਂਟ ਚਲਾਇਆ, ਜਿੰਨੀ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਅੰਮ੍ਰਿਤਸਰ ਨੂੰ, ਜੇ ਮੈਂ ਆਪਣੇ ਟਾਈਮ ਤੇ ਡਿਵੈਲਪ ਜਦੋਂ ਕੀਤਾ ਤੇ ਇੱਥੇ 2.5 ਗੁਣਾ ਟੂਰਿਸਟ ਵਧਿਆ ਉਦੋਂ, ਕਿਉਂਕਿ ਸ਼ਹਿਰੀ ਡਿਪਾਰਟਮੈਂਟ ਸੀ ਸਾਰਾ। ਟੋਟਲ ਜਿਹੜੀ ਦੀ ਬਿਊਟੀਫਿਕੇਸ਼ਨ, ਇਹਦੀ ਡਿਵੈਲਪਮੈਂਟ ਜਿਹੜੀ ਆ ਉਹ ਮੈਂ ਆਪਣੇ ਮਤਲਬ ਹੱਥੀਂ ਸਾਈਨ ਕੀਤੀਆਂ ਵਾ। ਤੇ ਅਸੀਂ ਬਹੁਤ ਮੋਨੀਟਰਿੰਗ ਕਰਕੇ, ਹਲੇ ਕਿ ਸੁਖਬੀਰ ਜੀ ਦਾ ਵੀ ਬਹੁਤ ਇੰਟਰਸਟ ਸੀ ਤੇ ਅਸੀਂ ਬਹੁਤ ਮੋਨੀਟਰਿੰਗ ਕਰਦੇ ਰਹੇ ਹਾਂ ਵੀ ਇਹਨੂੰ ਟਾਈਮਲੀ ਜਿਹੜੇ ਆ ਇਹ ਪ੍ਰੋਜੈਕਟ ਪੂਰੇ ਹੋਣ। ਤੇ ਉਹ ਕੰਮ ਦਿਸਦਾ ਵਾ। ਤੇ ਅੱਜ ਲੋਕੀ ਪਛਤਾਉਂਦੇ ਆ। ਜੇ ਮੈਂ ਹਾਰਿਆ ਵੀ ਆ ਨਾ ਤੇ ਮੈਨੂੰ 45,000 ਵੋਟ ਕਿਸੇ ਸ਼ਹਿਰੀ, ਪਿਓਰ ਸ਼ਹਿਰੀ ਸੀਟ ਤੋਂ, ਅਕਾਲੀ ਭਾਜਪਾ ਜਿਹੜੇ 50 ਸੀਟਾਂ ਲੜਦੇ ਆ ਸ਼ਹਿਰੀ, ਤੇ ਤੁਸੀਂ ਇਹ ਵੇਖੋ ਵੀ ਕਿਸੇ ਦੀ 45,000 ਵੋਟ ਨਹੀਂ ਹੈਗੀ। ਕਿਸੇ ਨੂੰ 30,000 ਰੁਪਈਆ, ਕਿਸੇ ਨੂੰ 25,000 ਰੁਪਏ, ਕਿਸੇ ਨੂੰ 16,000, ਕਿਸੇ ਨੂੰ 10,000 ਰੁਪਈਆ, ਤੇ 45,000 ਕੇ ਮੇਰੇ ਤੋਂ 400 ਵੋਟ ਵੱਧ ਸੀ ਸੋਮ ਪ੍ਰਕਾਸ਼ ਜੀ ਦੀ। ਤੇ ਟ੍ਰਾਇੰਗੂਲਰ ਫਾਈਟ ਹੋ ਗਈ, ਆਮ ਪਾਰਟੀ ਵਾਲਾ 30,000 ਵੋਟ ਲੈ ਗਿਆ ਤੇ ਉਹ ਜਿੱਤ ਗਏ। ਨਹੀਂ ਤੇ ਮੇਰੀ ਕੋਈ ਵੋਟ ਜਿਹੜੀ ਘੱਟ ਥੋੜੀ ਆ, 45,000 ਲੋਕਾਂ ਨੇ ਮੈਨੂੰ ਅਕਸਰ ਨੂੰ ਵੋਟ ਪਾਈ ਆ। ਬਾਕੀ ਤਾਂ ਤੁਹਾਨੂੰ ਦੱਸਿਆ ਸਾਡੇ ਆਪਣੇ ਲੀਡਰਾਂ ਦਾ, ਸਾਡੀ ਪਾਰਟੀ ਦੇ ਕੋਈ ਲੀਡਰ ਸੀ ਜਿਹੜੇ ਇਹ ਚਾਹੁੰਦੇ ਸੀ ਮੈਨੂੰ ਆਪਣੇ ਰਸਤੇ ਤੋਂ ਹਟਾਉਣਾ, ਉਹਨਾਂ ਦੀ ਕਿਰਪਾ ਹੈ। ਇਸ ਕਰਕੇ ਮੈਂ ਹਾਰਨ ਵਾਲਾ ਕੋਈ ਕੰਮ ਨਹੀਂ ਕੀਤਾ। ਮੈਂ ਤੇ ਇੰਟਰਸਟ, ਮੇਰਾ ਇੰਟਰਸਟ ਤੇ ਪਾਰਟੀ ਨੂੰ ਬਚਾਉਣਾ। ਮੈਂ ਇੰਨਾ ਲੰਬਾ ਕੰਮ ਕੀਤਾ ਪਾਰਟੀ 'ਚ, ਮੈਂ ਬਹੁਤ ਸਾਰੇ ਮਤਲਬ ਜਿਹੜਾ ਵਾ ਮੈਂ ਪਾਰਟੀ ਦੇ ਵਿੱਚ ਜਿਸ ਲੈਵਲ ਤੇ ਜਾ ਕੇ ਮਿਹਨਤ ਕੀਤੀ ਆ ਨਾ, ਉਹ ਹਾਰੀ ਸਾਰੀ ਦਾ ਕੰਮ ਨਹੀਂ ਗਾ। ਇੰਝ ਲੱਗਦਾ ਹੁੰਦਾ ਜਦੋਂ ਕੋਈ ਬੰਦਾ ਮੰਤਰੀ ਬਣ ਜਾਏ ਤਾਂ ਐਂ ਲੱਗਦਾ ਹੁੰਦਾ ਪਲੇਟਸ ਪਾ ਕੇ ਇਹਨੂੰ ਮਿਲੀ ਕੋਈ ਚੀਜ਼ ਹੈ। ਮਿਹਨਤ ਕੀਤੀ ਆ। ਇਸ ਕਰਕੇ ਮੇਰਾ ਇੰਟਰਸਟ ਇਹ ਹੀ ਆ ਵੀ ਪਾਰਟੀ ਬਚੇ। ਮੈਂ ਜਾਂਦਾ ਰਿਹਾ ਇਹਨਾਂ ਦੇ ਕਹਿਣ ਦੇ ਉੱਤੇ, ਮਤਲਬ ਜਦੋਂ ਜੋ ਸ਼ੁਰੂ ਚ ਵਿੱਚ ਮੈਂ ਵੀ ਡਿਬੇਟ 'ਚ ਜਾਂਦਾ ਰਿਹਾ ਵਾਂ। ਕਿਸਾਨਾਂ ਦੇ ਜਿਹੜੇ ਕਾਨੂੰਨ ਆਏ ਉਹਨਾਂ ਦੇ ਉੱਤੇ ਡਿਬੇਟ ਕਰਨ ਮੈਂ ਪਾਰਟੀ ਵੱਲੋਂ ਜੋ ਡਿਊਟੀ ਲੱਗੀ, ਮੈਂ ਮਹੀਨੇ ਕੁ ਬਾਅਦ ਫਿਰ ਮੈਂ ਇਹਨਾਂ ਨੂੰ ਹੱਥ ਜੋੜ ਤੇ ਮੈਂ ਕਿਹਾ ਜੀ ਮੈਂ ਨਹੀਂ ਜਾ ਸਕਦਾ। 5 ਲੋਕ ਸਾਡੇ ਸਾਹਮਣੇ ਬੈਠੇ ਹੁੰਦੇ, ਐਂਕਰ ਵੀ ਸਾਨੂੰ ਸਵਾਲ ਕਰੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਕਿਸਾਨਾਂ ਦਾ ਨੁਮਾਇੰਦਾ, 5 ਲੋਕ ਸਾਨੂੰ ਸਵਾਲ ਕਰਦੇ ਸੀ। ਉਹਨਾਂ ਕਹਿੰਦੇ ਤੁਹਾਡੀ ਆਮਦਨ ਦੂਣੀ ਕਰਨੀ ਜੀ, ਉਹਦੇ ਜ਼ਬਰਦਸਤੀ ਕਿਉਂ ਕਰਦੇ ਜੇ ਅਸੀਂ ਨਹੀਂ ਕਰਾਉਣੀ। ਮੈਂ ਕਿਹਾ ਜੀ ਮੈਂ ਇਹ ਕਿੰਨੀ ਕੁ ਸਿਰ ਖਪਾਈ ਕਰੀ ਜਾਵਾਂ। ਜਦੋਂ ਆਪਾਂ ਕਿਸੇ ਵਾਸਤੇ ਕੋਈ ਚੀਜ਼ ਬਣਾਉਂਦੇ ਆ, ਮੈਂ ਕਿਸੇ ਨੂੰ ਕਹਾਂ ਤੁਸੀਂ ਖੀਰ ਖਾ ਲਓ ਬੜੀ ਚੰਗੀ ਸਵਾਦ ਆ, ਗਿਰੀਆਂ ਬਦਾਮ ਪਾਏ ਹੋ, ਕਿ ਮੈਨੂੰ ਸ਼ੂਗਰ ਮੈਂ ਨਹੀਂ ਖਾਣੀ, ਮੇਰਾ ਨੁਕਸਾਨ ਕਰੂਗੀ। ਨਹੀਂ ਕਹਾਂ ਅਸੀਂ ਕਹੀਏ ਬੜੀ ਸਵਾਦ ਹੈ ਤੂੰ ਖਾ ਕੇ ਵੇਖ ਜ਼ਬਰਦਸਤੀ, ਉਹ ਮੈਨੂੰ ਸਮਝ ਨਹੀਂ ਆਉਂਦੀ। ਫਿਰ ਜੋ ਉਹਦੇ ਮਰਜ਼ੀ ਦੀ ਚੀਜ਼ ਬਣਾ ਦਈਏ ਅਸੀਂ। ਜੇ ਆਪਾਂ ਉਹਨਾਂ ਦੀ ਆਮਦਨ ਦੂਣੀ ਕਰਨੀ ਚਾਹੁੰਦੇ ਆ ਤੇ ਉਹਨਾਂ ਨੂੰ ਬਿਠਾ ਕੇ ਡਰਾਫਟ ਕਰ ਲਈਏ, ਜਾਂ ਪਹਿਲਾਂ ਡਰਾਫਟ ਬਣਾ ਕੇ ਕਰ ਲੈਂਦੇ। ਅਸੀਂ ਵੀ ਬੀਜੇਪੀ ਲੀਡਰਾਂ ਨੂੰ ਕਰਦੇ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਉਹ ਕਹਿ ਰਹੇ ਨੇ ਨਹੀਂ ਚੰਗੇ ਨੇ, ਚੰਗੇ ਨੇ, ਚੰਗੇ ਨੇ, ਪਰ ਜਿਹਦੇ ਲਈ ਤੁਸੀਂ ਬਣਾਏ ਨੇ ਉਹਨੂੰ ਨਹੀਂ ਪਸੰਦ ਆ ਰਹੇ, ਤਾਂ ਤੁਸੀਂ ਕਿਉਂ ਉਹਨਾਂ ਤੇ ਥੋਪ ਰਹੇ ਹੋ? ਇਹ ਕਿਸਾਨ ਗੱਲ ਕਹਿੰਦੇ ਨੇ, ਫਿਰ ਉਹ ਕਹਿੰਦੇ ਨੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ, ਫਿਰ ਉਹ ਕਹਿੰਦੇ ਨੇ ਕਮਿਊਨਿਸਟ ਨੇ, ਫਿਰ ਉਹ ਕਹਿੰਦੇ ਨੇ ਖਾਲਿਸਤਾਨੀ ਨੇ, ਫਿਰ ਉਹ ਕਹਿੰਦੇ ਨੇ ਥੋੜੇ ਹਰਿਆਣਾ ਦੇ ਨੇ, ਥੋੜੇ ਪੰਜਾਬ ਦੇ ਨੇ, ਪਰ ਪੂਰੇ ਦੇਸ਼ ਤੋਂ ਇਹ ਆਵਾਜ਼ਾਂ ਆ ਰਹੀਆਂ ਨੇ। ਨਾਲ ਜੋਸ਼ੀ ਸਾਹਿਬ, ਤੁਸੀਂ ਕਿਹਾ ਕਿ ਪਾਰਟੀ 'ਚ ਇੰਨਾ ਸਭ ਕੁਝ ਤੁਹਾਡੇ ਨਾਲ ਹੋਇਆ, ਜਿੱਤ ਨੂੰ ਲੈ ਕੇ ਤੁਸੀਂ ਕਿਹਾ ਕਿ ਬੀਜੇਪੀ ਦੇ ਲੀਡਰ ਹੀ ਅੱਗੇ ਆ ਗਏ, ਉਸ ਤੋਂ ਬਾਅਦ ਹੁਣ ਜਿਵੇਂ ਆਵਾਜ਼ ਨਹੀਂ ਸੁਣੀ ਜਾ ਰਹੀ, ਇਸ ਹਾਲਾਤ 'ਚ ਤੁਸੀਂ 2022 ਤੱਕ, ਚੋਣਾਂ ਤੱਕ ਤੁਸੀਂ ਇਸ ਪਾਰਟੀ ਦੇ ਨਾਲ ਹੀ ਬਣੇ ਰਹੋਗੇ? ਮੈਂ ਆਪਣੀ ਪੂਰੀ ਵਾਹ ਲਾਉਂਗਾ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਬਚਾਉਣ ਦੀ, ਮੇਰੀ ਆਵਾਜ਼ ਸੁਣੀ ਜਾਵੇ। ਮੈਂ ਆਪੇ ਤਾਈਓ ਕਿਹਾ ਨਾ, ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ। ਕੋਈ ਇਹ ਨਹੀਂ ਹੁੰਦਾ 15 ਦਿਨ ਦੀ ਕੋਈ ਮੈਂ ਸਹੁੰ ਖਾਧੀ ਆ, ਮੈਂ 10 ਦਿਨ ਹੋਰ ਲਾ ਸਕਦਾ। ਮੈਂ ਫੋਨ ਕਰਦਾ ਪਿਆ, ਮੈਨੂੰ ਫੋਨ ਆਉਂਦੇ ਪਏ ਆ, ਮੈਂ ਜਾਵਾਂਗਾ ਉਹਨਾਂ ਨੂੰ। ਕੋਈ ਮੈਂ ਜਲਸੇ ਜਲੂਸ ਨਹੀਂ ਕਰਨੇ, ਜਾਂ ਮੈਂ ਪਾਰਟੀ ਦੀ ਤੋੜਨ
ਦਾ। ਮੈਂ ਤੇ ਇਹੀ ਕਹਿ ਰਿਹਾ ਵੀ ਆਪਾਂ ਸਭ ਲੋਕ ਆਪਾਂ ਪਾਰਟੀ ਨੂੰ ਸਮਝਾਈਏ ਵੀ ਗਰਾਊਂਡ ਸਥਿਤੀ ਕੀ ਹੈਗੀ ਹੈ, ਗਰਾਊਂਡ ਦੀ ਜਿਹੜੀ ਆ ਪੋਜੀਸ਼ਨ ਕੀ ਹੈਗੀ ਆ। ਅਸਲ ਦੇ ਵਿੱਚ ਲੋਕੀ ਸਿਰਫ ਤੁਹਾਨੂੰ ਦੱਸਿਆ ਵੀ ਇਹ ਤੇ ਜੋ ਮਰਜ਼ੀ ਕਹੀ ਜਾਣ। 400 ਜਿਹੜਾ 500 ਲੋਕ ਉੱਥੇ ਸ਼ਹੀਦ ਹੋ ਗਏ ਆ ਉੱਥੇ ਬਾਰਡਰ ਦੇ ਉੱਤੇ, ਉਹ ਕਿਹੜੇ ਕਿਹੜੇ ਕਾਮਰੇਡ ਸੀ ਤੇ ਕਿਹੜੇ ਨਕਸਲਾਈਟ ਸੀ ਤੇ ਕਿਹੜੇ ਅੱਤਵਾਦੀ ਸੀ, ਹਨਾ। ਇਹ ਤੇ ਗੱਲ ਜਿਹੜੀ ਆ ਨਾ, ਇਹ ਕਹਿਣ ਵਾਲੀ ਆ ਕੀ ਖਦਸ਼ਾ ਕੀ ਡਰ ਉਹਨਾਂ ਦੇ ਮਨ ਦੇ ਵਿੱਚ ਬਹਿ ਗਿਆ ਕਿ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਆ, ਉਹ ਰਿਪੀਲ ਦੀ ਗੱਲ ਕਰਦੇ ਆ, ਹਨਾ। ਸਾਨੂੰ ਤੇ ਅਸੀਂ ਇਹਨਾਂ ਦੀ ਸੈਟੀਸਫੈਕਸ਼ਨ ਕਰਾਓ, ਕਿਤੇ ਵੀ ਨਹੀਂ ਰਿਪੀਲ ਦੀ ਗੱਲ, ਕਿਤੇ ਵੀ ਅਕਸਰ ਨੂੰ ਦੇਸ਼ਾਂ ਦੇ ਮਸਲੇ ਹੱਲ ਹੋ ਜਾਂਦੇ ਆ, ਕੋਈ ਗਾਂ ਥੋੜਾ ਪਿਛਾਂ। ਆਪਾਂ ਜਿਹੜਾ ਵਾ ਉਹਨਾਂ ਨੂੰ ਜਾਂ ਤੇ ਸਮਝਾ, ਫਿਰ ਕੌਣ ਸਮਝਾ ਪਾਇਆ ਜੀ ਉਹਨਾਂ ਨੂੰ? ਜੇ ਠੀਕ ਹੋਣ ਜਾਂ ਜੋ ਵੀ ਆਪਾਂ ਕਹਿੰਦੇ, ਮੈਂ ਵੀ ਆਨਾ ਠੀਕ ਹੈ, ਕੋਈ ਸਰਕਾਰ ਕੋਈ ਐਸੇ ਕਾਨੂੰਨ ਨਹੀਂ ਬਣਾਉਂਦੀ ਜਿਹਦੇ ਨਾਲ ਇਹ ਸੋਚ ਕੇ ਬਣਾਏ ਜਾਣ ਵੀ ਇਹ ਜਿਹੜੇ ਕਮਿਊਨਿਟੀ ਜਿਸ ਵਰਗ ਵਾਸਤੇ ਆਪਾਂ ਬਣਾਉਂਦੇ ਆ ਉਹਨਾਂ ਦਾ ਨੁਕਸਾਨ ਹੋ ਜੇ। ਇਹ ਕਦੀ ਸਰਕਾਰ ਨਹੀਂ ਸੋਚਦੀ ਕੋਈ। ਪਰ ਜਦੋਂ ਕੋਈ ਲਾਗੂ ਹੁੰਦੇ ਆ ਕੋਈ ਮੁਸ਼ਕਲਾਂ, ਉਹ ਡਰ ਜਾਂ ਮੁਸ਼ਕਲਾਂ ਸੋਚ ਕੇ ਕਈ ਵਾਰੀ ਅਮੈਂਡਮੈਂਟਸ ਹੁੰਦੀਆਂ ਫਿਰ ਲਾਗੂ ਹੋ ਜਾਂਦੇ ਆ। ਇਹਨਾਂ ਕਾਨੂੰਨਾਂ ਦਾ ਰੌਲਾ ਜਿਹੜਾ ਵਾ ਲਾਗੂ ਹੋਣ ਤੋਂ ਪਹਿਲਾਂ ਹੀ ਪੈ ਗਿਆ। ਪਹਿਲਾਂ ਜਦੋਂ ਆਰਡੀਨੈਂਸ ਆਏ ਰੌਲਾ ਪੈ ਗਿਆ, ਉਸ ਤੋਂ ਬਾਅਦ ਐਕਟ ਬਣੇ ਜਦੋਂ ਕਾਨੂੰਨ, ਉਦੋਂ ਧਰਨਿਆਂ ਤੇ ਸ਼ੁਰੂ ਹੋ ਗਏ। ਕਿਸੇ ਨੇ ਮੁੜ ਕੇ ਬਿਲਕੁਲ ਅੰਮ੍ਰਿਤਸਰ ਸਭ ਤੋਂ ਪਹਿਲਾਂ ਧਰਨਾ ਸ਼ੁਰੂ ਹੋਇਆ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ। ਜੋਸ਼ੀ ਸਾਹਿਬ, ਪੰਜਾਬ ਸੀ, ਤੁਸੀਂ ਆਪਣੇ ਆਪ ਨੂੰ ਦੇ ਕੇ ਚੱਲ ਰਹੇ ਹੋਵੋਗੇ ਕਿ ਅਗਰ ਦਸੰਬਰ ਤੱਕ ਹੱਲ ਨਹੀਂ ਹੋਇਆ, ਅਗਰ ਬੀਜੇਪੀ ਦੇ ਲੀਡਰਾਂ ਨੂੰ ਅਜੇ ਵੀ ਗਰਾਊਂਡ ਰਿਐਲਿਟੀ ਸਮਝ ਨਹੀਂ ਆਈ, ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ, ਤੁਸੀਂ ਇੱਕ ਲੀਡਰ ਹੋ, ਅੰਮ੍ਰਿਤਸਰ 'ਚ ਤੁਹਾਡੀ ਇੰਨੀ ਅੱਛੀ ਮਕਬੂਲੀਅਤ ਹੈ, ਤਾਂ ਤੁਸੀਂ ਆਪਣੇ ਆਪ ਨੂੰ ਤਾਂ ਕੁਝ ਸਮਾਂ ਦੇ ਕੇ ਚੱਲ ਰਹੇ ਹੋਵੋਗੇ। ਤੁਸੀਂ ਵੀ ਆਪਣੇ ਸਿਆਸੀ ਕੈਰੀਅਰ ਬਾਰੇ ਸੋਚਦੇ ਹੋਵੋਗੇ, ਸਿਸਟਮ ਦੇ ਵਿੱਚ ਰਹਿ ਕੇ ਹੀ ਤੁਸੀਂ ਚੇਂਜ ਲਿਆ ਸਕਦੇ ਹੋ। ਕੀ ਸੋਚ ਰਹੇ ਹੋ ਤੁਸੀਂ ਆਪਣੇ ਸਿਆਸੀ ਕੈਰੀਅਰ ਨੂੰ ਲੈ ਕੇ? ਇੰਨੀ ਡਿਸਪਲਿਨ ਪਾਰਟੀ ਮੰਨੀ ਜਾਂਦੀ ਹੈ। ਮੈਂ ਤੇ ਕਦੀ ਇਹ ਜਦੋਂ ਕੋਈ ਗੱਲ ਕਰਦਾ, ਜਦੋਂ ਮੈਂ ਮਿਨਿਸਟਰ ਸੀਗਾ ਨਾ, ਉਦੋਂ ਵੀ ਮੈਂ ਆਪਣੀ ਮਿਨਿਸਟਰੀ ਬਾਰੇ ਨਹੀਂ ਸੀ ਸੋਚਿਆ। ਮੈਂ ਇਮਾਨਦਾਰੀ ਨਾਲ ਕੰਮ ਕਰਦਾ ਸੀ ਤੇ ਮੈਨੂੰ ਜਿਨ੍ਹਾਂ ਮੁੱਦਿਆਂ ਦੇ ਉੱਤੇ ਡਿਫਰੈਂਸਸ ਸੀਗੇ ਜਾਂ ਮੈਨੂੰ ਨਹੀਂ ਸੀ ਠੀਕ ਲੱਗਦੇ, ਮੈਂ ਆਪਣੇ ਸੀਐਮ ਡਿਪਟੀ ਸੀਐਮ ਨਾਲ ਭਿੜਦਾ ਰਿਹਾ। ਤੁਸੀਂ ਇਹ ਵੇਖਿਆ ਹੋਊਗਾ। ਮੈਨੂੰ ਉਹਦਾ ਖਮਿਆਜਾ ਕਈ ਵਾਰੀ ਭੁਗਤਣਾ ਪਿਆ। ਮੇਰੇ ਸਿੱਧਾ ਜਦੋਂ ਜਿਸ ਤਰ੍ਹਾਂ ਦਾ ਵਾਤਾਵਰਣ ਸੀ, ਸਰਕਾਰ ਮਤਲਬ ਜੋਰਾ ਜਬਰੀ ਵਾਲੀ ਸਿਸਟਮ ਸੀ, ਤੇ ਉਹਦੇ ਤੇ ਮੇਰੇ ਭਰਾ ਤੇ ਗੋਲੀਆਂ ਚੱਲੀਆਂ। 2007 ਚ ਮੇਰੀ ਗੱਡੀ ਸਾੜੀ ਗਈ, ਹਨਾ। ਇਹ ਸਾਰਾ ਕੁਝ ਜਿਹੜਾ ਵਾ ਮੈਂ ਕਦੀ ਜ਼ਮੀਰ ਮਾਰ ਕੇ ਕੰਮ ਨਹੀਂ ਕੀਤਾ। ਇਸ ਕਰਕੇ ਹੀ ਸਾਰਾ ਕੁਝ ਹੋਇਆ, ਪਾਰਟੀ ਕਰਕੇ ਹੋਇਆ ਸਾਰਾ। ਮੈਂ ਪਾਰਟੀ ਵਾਸਤੇ ਜੇ ਇੰਨਾ ਕੁਝ ਕਰ ਸਕਦਾ ਤੇ ਮੈਂ ਇਹਦੇ ਵਾਸਤੇ ਕੋਈ ਫਾਇਦਾ ਨੁਕਸਾਨ ਨਹੀਂ ਲੱਭ ਰਿਹਾ। ਮੈਂ ਇਸ ਪਾਰਟੀ ਚੋਂ ਵੀ ਵਧੀਆ ਜਿੱਤਦਾ ਵਾਂ। ਮੈਂ ਭਾਰਤੀ ਜਨਤਾ ਪਾਰਟੀ, ਮੇਰੀ ਪਿਓਰਲੀ ਸ਼ਹਿਰੀ ਸੀਟ ਆ, ਅੰਮ੍ਰਿਤਸਰ ਨਾਰਥ ਪਿਓਰਲੀ ਸ਼ਹਿਰੀ ਸੀਟ ਹੈ। ਤੇ ਅੱਜ ਦੀ ਡੇਟ 'ਚ ਲੋਕੀ ਵੇਟ ਕਰਦੇ ਪਏ ਇਸ ਗੱਲ ਨੂੰ ਕਿ ਅਨਿਲ ਜੋਸ਼ੀ 5 ਸਾਲ ਕਦੋਂ ਹੋਣ ਤੇ ਦੁਬਾਰਾ ਆਵੇ। ਮੈਨੂੰ ਤੇ ਜਦੋਂ 3 ਮਹੀਨੇ ਹਾਰੇ ਨੂੰ ਇਹ ਲੋਕੀ ਆਪਣੇ ਹੱਥਾਂ ਦੰਦੀਆਂ ਵੱਢਣ ਲੱਗ ਪਏ ਵੀ ਸਾਡੇ ਕੋਲ ਗਲਤੀ ਹੋ ਗਈ ਆ। ਇਸ ਕਰਕੇ ਮੈਨੂੰ ਆਪਣੀ ਚਿੰਤਾ ਨਹੀਂ, ਮੈਨੂੰ ਪਾਰਟੀ ਦੀ ਚਿੰਤਾ ਵਾ, ਪਾਰਟੀ ਦੇ ਵਰਕਰਾਂ ਦੀ ਚਿੰਤਾ, ਜਿਨ੍ਹਾਂ ਨਾਲ ਇਹ ਕੁਝ ਹੋ ਰਿਹਾ ਤੇ ਜਿਹੜੇ ਡਰੇ ਆ ਬਹੁਤ ਬੁਰੀ ਤਰ੍ਹਾਂ। ਮੈਂ ਦੇਖੋ, ਮੈਂ ਤਾਂ ਛੋਟੀ ਮਿਸਾਲ ਤੋਂ ਜਿਹੜੀ ਆ ਨਾ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਿਸਾਨਾਂ ਦੀ ਗੱਲ ਕੀਤੀ ਹੈ ਬੜੀ ਬੇਬਾਕੀ ਦੇ ਨਾਲ, ਆਪਣੀ ਪਾਰਟੀ ਤੋਂ ਥੋੜਾ ਅਲੱਗ ਸਟੈਂਡ ਲੈ ਕੇ। ਅਗਰ ਕਿਸਾਨ ਅੰਦੋਲਨ 2022 ਦੀਆਂ ਚੋਣਾਂ ਤੋਂ ਪਹਿਲਾਂ 2022 ਤੱਕ ਹੱਲ ਨਹੀਂ ਹੋਇਆ, ਫਿਰ ਤੁਸੀਂ ਕੀ ਕਰੋਗੇ? ਕਿ ਤੁਸੀਂ ਬੀਜੇਪੀ ਦੀ ਟਿਕਟ ਤੋਂ ਹੀ ਚੋਣ ਲੜੋਗੇ? ਕੀ ਤੁਹਾਡਾ ਰੁਖ ਰਹੇਗਾ? ਕਿਉਂਕਿ ਕਿਸਾਨ ਫਿਰ ਅੱਗੇ ਤੁਹਾਨੂੰ ਵੀ ਸਟੈਂਡ ਪੁੱਛਣਗੇ ਕਿ ਬਿਲਕੁਲ ਅਸੀਂ ਤੁਹਾਡੀ ਤਾਰੀਫ ਕਰਦੇ ਹਾਂ, ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਪਰ ਕਿਸਾਨਾਂ ਦੇ ਲਈ ਤੁਸੀਂ ਕੀ ਸਟੈਂਡ ਲਿਆ ਹੋ? ਸਭ ਤੋਂ ਪਹਿਲਾਂ ਮੈਂ ਗੱਲ ਜਿਹੜੀ ਕਰਨੀ ਚਾਹੁੰਦਾ ਮੈਂ ਕਰ ਲਾਂ 1 ਮਿੰਟ, ਉਸ ਤੋਂ ਬਾਅਦ ਮੈਂ ਇਸ ਸਵਾਲ ਦਾ ਜਵਾਬ ਦਊਂਗਾ। ਮੈਂ ਤੇ ਛੋਟੀ ਗੱਲ ਤੋਂ ਵੀ ਵੱਡੀ ਗੱਲ ਸਮਝਾਉਣੀ ਚਾਹੁੰਦਾ ਵਾਂ ਵੀ ਅਸੀਂ ਇੱਕ ਵਾਰੀ ਨਾ, ਮੈਂ ਲੋਕਲ ਗਵਰਨਮੈਂਟ ਸੀ ਮੇਰੇ ਕੋਲ, ਸ਼ਹਿਰਾਂ ਦੀ ਡਿਵੈਲਪਮੈਂਟ ਦਾ ਕੰਮ। ਅਸੀਂ ਕਿਸੇ ਦੀ ਗਲੀ ਬਣਾਉਣ ਜਾਂਦੇ ਸੀ ਨਾ, ਬਹੁਤ ਬੁਰੀ ਤਰ੍ਹਾਂ ਟੁੱਟੀ ਹੈ, ਇੱਥੇ ਚਿੱਕੜ ਰਹਿੰਦਾ ਵਾ, ਬਹੁਤ ਬੁਰਾ ਹਾਲ ਹੈ, ਲੋਕਾਂ ਦੀ ਜਾਨ ਬਹੁਤ ਤੰਗ ਹੈ। ਤੇ ਆਪਾਂ ਗਲੀ ਵੀ ਬਣਾਉਣ ਜਾਂਦੇ ਸੀ ਨਾ, ਤੇ ਲੇਅਰ ਤੇ ਲੇਅਰ 2-3 ਵਾਰੀ ਕਿੱਥੇ ਪੁਰਾਣੀ ਬਣੀ ਹੈ, ਤੇ ਉਹ ਨਾ ਕਈ ਇੱਕ ਗਲੀ 'ਚ 100 ਘਰ ਆ ਤੇ 10 ਘਰ ਵਾਲੇ ਸਾਨੂੰ ਆਂਦੇ ਸਾਡੇ ਘਰ ਨੀਵੇਂ ਹੋ ਜਾਣੇ ਆ ਜੀ, ਸਾਨੂੰ ਤੇ ਸਾਡੇ ਤੇ ਘਰਾਂ 'ਚ ਪਾਣੀ ਆ ਜਾਊਗਾ। ਤੇ ਅਸੀਂ ਉਹਨਾਂ 10 ਦਾ ਵੀ ਖਿਆਲ ਰੱਖਦੇ ਸੀ। ਅਸੀਂ ਆਨੇ ਵੀ ਆਪਾਂ ਇਹਨਾਂ ਵਾਸਤੇ ਯਾਰ ਕੰਮ ਕਰਦੇ ਪਏ ਆ, ਜੇ ਇਹ ਇਹਨਾਂ ਵਾਸਤੇ ਇਹ ਨਸੂਰ ਬਣ ਗਿਆ, ਆਪਾਂ ਬਣਾਤੀ, ਇਹਨਾਂ ਦੇ ਘਰਾਂ 'ਚ ਪਾਣੀ ਜਾਊਗਾ, ਬਾਰਿਸ਼ ਹੋਊਗੀ, ਜੇ ਕਿਤੇ ਸੀਵਰੇਜ ਚੋਕ ਹੋ ਗਿਆ, ਗੰਦਾ ਪਾਣੀ ਇਹਨਾਂ ਦੇ ਘਰਾਂ ਜਾਊਗਾ, ਤੇ ਆਪਾਂ ਤੇ ਇਹਨਾਂ ਵਾਸਤੇ ਮੁਸੀਬਤ ਖੜੀ ਕਰਤੀ। ਆਪਾਂ ਇਹਨਾਂ ਨੂੰ ਖੁਸ਼ ਕਰਨ ਵਾਸਤੇ, ਇਹਨਾਂ ਵਾਸਤੇ ਚੰਗਾ ਇਨਫਰਾਸਟ੍ਰਕਚਰ ਸੁੱਖ ਦੇਣ ਵਾਸਤੇ ਕੰਮ ਕਰਦੇ ਪਏ ਆ। ਇਹਨਾਂ ਨੂੰ ਤੇ ਦੁੱਖ ਇਹਦਾ ਮੁਸ਼ਕਲ ਹੋ ਜਾਣੀ ਹੈ। ਤੇ ਅਸੀਂ ਇਹੀ ਕਰਦੇ ਸੀ ਵੀ ਉਹਨੂੰ ਸਾਰੀਆਂ ਪਹਿਲੀਆਂ ਲੇਅਰਾਂ ਜਿਹੜੀਆਂ ਪੁੱਟ ਦੋ, ਤੇ ਆਪਾਂ ਥੱਲੇ ਜਿਹੜੀ ਪਹਿਲੀ ਲੇਅਰ ਸੀ ਉਹਦੇ ਲੈਵਲ ਦੇ ਉੱਤੇ ਜਿਹੜਾ ਇਹਨਾਂ ਦਾ ਵੀ ਨੁਕਸਾਨ ਨਾ ਹੋਵੇ, ਬਾਕੀ 90 ਦਾ ਜਿਹੜਾ ਵਾ ਉਹਦਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਗਾ, ਇਹਨਾਂ ਦਾ ਫਾਇਦਾ ਹੋ ਜੂ ਤੇ 100% ਫਾਇਦਾ ਹੋ ਜਾਊਗਾ। ਇੱਥੋਂ ਤੱਕ ਸੋਚ ਕੇ ਕੋਈ ਸਬਜ਼ੀ ਬੱਚੇ ਦੀ ਜਿਹੜਾ ਨਹੀਂ ਨਾ ਖਾਂਦਾ ਘਰ ਦੇ ਵਿੱਚ, ਉਹਨੂੰ ਜਿੰਨੀ ਮਰਜ਼ੀ ਜ਼ਬਰਦਸਤੀ ਕਰ ਲਓ ਵੀ ਬਹੁਤ ਵਧੀਆ, ਬਹੁਤ ਪੌਸ਼ਟਿਕ ਆ, ਇਹ ਬੜੀ ਚੰਗੀ ਹੁੰਦੀ ਆ ਸਿਹਤ ਵਾਸਤੇ, ਉਹ ਆਂਦਾ ਮੈਂ ਨਹੀਂ ਖਾਂਦੀ, ਰੋਟੀ ਵੀ ਨਹੀਂ ਖਾਂਦਾ, ਉਹਨੂੰ ਅਸੀਂ ਸਬਜ਼ੀ ਨਹੀਂ ਬੱਚੇ ਨੂੰ ਖਵਾ ਸਕਦੇ। ਅਸੀਂ ਜ਼ਬਰਦਸਤੀ ਇਹਨਾਂ ਦੇ ਉੱਤੇ ਫੋਰਸਲੀ ਜਿਹੜਾ ਆਂਦੇ ਪਏ ਤੁਹਾਡੀ ਆਮਦਨ ਦੂਣੀ ਕਰਨੀ, ਦੂਣੀ। ਮੈਨੂੰ ਇਹ ਗੱਲ ਸਮਝ ਮੈਨੂੰ ਹਾਲੇ ਤੱਕ ਨਹੀਂ ਆ ਰਹੀ। ਬਾਕੀ ਜਿਹੜੀ ਗੱਲ ਹੈ, ਜੇ ਨਹੀਂ ਅੰਦੋਲਨ ਖਤਮ ਹੁੰਦਾ, ਮੈਂ ਤਾਂ ਤੁਹਾਨੂੰ ਦੱਸਿਆ ਵਾ ਨਾ ਵੀ ਮੈਨੂੰ ਕੋਈ ਆਪਣੀ ਚਿੰਤਾ ਨਹੀਂ ਹੈਗੀ, ਪਾਰਟੀ ਦੀ ਚਿੰਤਾ। ਇਹ ਤਾਂ ਪਾਰਟੀ ਨੇ ਸੋਚਣਾ,
ਮੈਨੂੰ ਲੜਾਉਣਾ ਜਾਂ ਨਹੀਂ ਲੜਾਉਣਾ ਇਹ ਪਾਰਟੀ ਨੇ ਸੋਚਣਾ, ਮੈਂ ਨਹੀਂ ਆ। ਮੈਂ ਤੇ ਪਾਰਟੀ ਦੇ ਵਿੱਚ ਨਹੀਂ ਤੇ ਮੈਂ ਜੇ ਇੰਨੀਆਂ ਗੱਲਾਂ ਕਰਨੀਆਂ ਫਿਰ ਪਾਰਟੀ ਤੋਂ ਰਿਜ਼ਾਈਨ ਕਰਕੇ ਫੇਰ ਕਰ ਦਿੰਦਾ। ਮੇਰਾ ਮਕਸਦ ਅੱਜ ਦੀ ਡੇਟ ਤੱਕ ਵੀ ਇਹ ਹੈ ਵੀ ਪਾਰਟੀ ਦੇ ਲੋਕ ਇਹ ਸਮਝ ਲੈਣ ਕਿਸੇ ਲੈਵਲ ਤੇ ਕੋਈ 2 4 10 ਹੋਰ ਉੱਠਣ, ਉਹ ਵੀ ਇਹ ਗੱਲ ਕਰਨ। ਇਹੀ ਮੇਰੀ ਕੋਸ਼ਿਸ਼ ਹੋਊਗੀ ਵੀ ਹੋਰ 2 4 10 20 ਲੋਕ ਜਿਹੜੇ ਪਾਰਟੀ ਦੇ ਜਿਹੜੇ ਆ, ਮੈਂ ਇਹ ਕੋਸ਼ਿਸ਼ ਕੀਤੀ ਸੀ ਇਸ ਪਾਰਟੀ ਨੂੰ ਕਹਿ ਕੇ, ਪ੍ਰਧਾਨ ਜੀ ਤੁਸੀਂ ਬੁਲਾਓ, ਤੁਸੀਂ ਸਭ ਨੂੰ ਜਿਹੜੇ ਐਮਐਲਏ ਲੜਦੇ ਉਹਨਾਂ ਨੂੰ ਬੁਲਾਓਗੇ, ਨਾਲ ਆਪਣੇ 10 20 30 ਹੋਰ ਜਿਹੜੇ ਲੀਡਰ ਬੁਲਾਓਗੇ ਤੇ ਇੱਕ ਕੰਸੈਂਸਸ ਤੇ ਤੁਹਾਡੇ ਤੇ ਵੀ ਕੋਈ ਬੋਝ ਨਹੀਂ ਰਹੂਗਾ, ਸਭ ਦੀ ਸਹਿਮਤੀ ਦੇ ਨਾਲ ਗੱਲ ਹੋਊਗੀ ਤੇ ਦਿੱਲੀ ਚੱਲਦੇ ਆ। ਤੁਸੀਂ 5 ਜਣੇ ਅੱਗੇ ਚੱਲ ਜਾਓ ਸਾਡੀ ਸਭ ਦੀ ਗੱਲ ਲੈ ਕੇ ਵੀ ਇਹ ਸਾਡੀ ਪੂਰੀ ਪਾਰਟੀ ਦਾ ਇਹ ਸਟੈਂਡ ਆ। ਇਹ ਸੋਚਦੇ ਅਸੀਂ ਵੀ ਸਾਨੂੰ ਪੰਜਾਬ ਦੇ ਲੋਕਾਂ ਨਾਲ, ਸਾਨੂੰ ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ ਵਾ। ਇਹ ਕਾਨੂੰਨ ਮਹੀਨੇ ਨੂੰ 2 ਮਹੀਨਿਆਂ ਨੂੰ ਇਹਨਾਂ ਦਾ ਹੱਲ ਹੋ ਜੇ, ਪਰ ਸਾਨੂੰ ਨਜ਼ਰ ਆਉਣਾ ਚਾਹੀਦਾ ਵਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆ। ਅਸੀਂ ਉਹਨਾਂ ਨੂੰ ਕਹੀਏ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਵਾਂਗੇ, ਅਸੀਂ ਦਿੱਲੀ ਚੱਲਾਂਗੇ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਖਲੋ ਕੇ ਲੜਾਂਗੇ, ਜੋ ਵੱਧ ਤੋਂ ਵੱਧ ਤੁਹਾਡੇ ਵਾਸਤੇ ਹੋ ਸਕਦਾ ਹੋਊਗਾ ਅਸੀਂ ਕਰਾਂਗੇ। ਇਹ ਕਹਿਣ ਤੇ ਕੋਈ ਹਰਜ ਨਹੀਂ ਸੀ। ਘੱਟ ਤੋਂ ਘੱਟ ਪੰਜਾਬ, ਪੰਜਾਬੀਅਤ ਤੇ ਪੰਜਾਬ ਦੇ ਕਿਸਾਨਾਂ ਦੀ ਗੱਲ ਜਿਹੜੀ ਆ ਉਹ ਸਾਨੂੰ ਕਰਨੀ ਜ਼ਰੂਰੀ ਆ। ਅਸੀਂ ਪੰਜਾਬ ਦਾ ਪਾਣੀ ਪੀਤਾ, ਪੰਜਾਬ ਦਾ ਅੰਨ ਖਾਦਾ, ਪੰਜਾਬ ਦੇ ਇਹਨਾਂ ਕਿਸਾਨਾਂ 'ਚ ਵੱਡੇ ਆ। ਮੈਂ ਤੇ 24 ਸਾਲ ਪਿੰਡ ਰਿਹਾ, ਕਿਸਾਨੀ ਵੀ ਕੀਤੀ ਆ। ਮੇਰੇ ਤੇ ਸਰਕਲ ਹੀ ਸਾਰਾ ਇਹ ਸੀ। ਉਸ ਤੋਂ ਬਾਅਦ ਵਪਾਰ ਕੀਤਾ ਤਰਨਤਾਰਨ ਆ ਕੇ, ਉਸ ਤੋਂ ਬਾਅਦ ਪੋਲਿਟਿਕਸ ਕੀਤੀ ਅੰਮ੍ਰਿਤਸਰ ਆ ਕੇ। ਇਸ ਕਰਕੇ ਮੈਂ ਹਰ ਚੀਜ਼ ਜਾਣਦਾ, ਮੈਂ ਹਰ ਚੀਜ਼ ਤਜਰਬੇ ਦੇ ਵਿੱਚੋਂ ਨਿਕਲ ਕੇ ਆਇਆ। ਇਸ ਕਰਕੇ ਸਾਡਾ ਭਾਈਚਾਰਾ, ਸਾਡਾ ਵਪਾਰ ਕਿਸਾਨਾਂ ਨਾਲ ਹਾੜੀ ਸੌਣੀ ਡੀਕਦੇ ਆ ਲੋਕੀ, ਛੋਟਾ ਦੁਕਾਨਦਾਰ ਵੀ, ਕਿਉਂਕਿ ਇਕਨੋਮੀ ਸਾਡੀ ਕਿਸਾਨੀ ਦੇ ਉੱਤੇ ਨਿਰਭਰ ਕਰਦੀ ਹੈ। ਸਾਰਾ ਟੋਟਲ ਇੱਥੇ ਇੰਡਸਟਰੀ ਤੇ ਹੈ ਹੀ ਨਹੀਂ, ਤੇ ਉਹੀ ਐਮਐਸਪੀ 60,000 ਕਰੋੜ ਰੁਪਈਆ ਸਾਲ ਦਾ ਜਿਹੜਾ ਆਉਂਦਾ ਨਾ, 30,000 ਕਰੋੜ ਰੁਪਇਆ ਝੋਨੇ ਦਾ ਤੇ 30,000 ਕਰੋੜ ਕਣਕ ਦਾ, ਉਹ ਸਾਰਾ ਜਿਹੜਾ ਨਾ ਉਹੀ ਖੁਸ਼ਹਾਲੀ ਦਾ ਕਾਰਨ ਆ। ਪੰਜਾਬ ਦੀ ਖੁਸ਼ਹਾਲੀ ਹਰ ਸਾਲ ਨਵੀਂ ਜਿਹੜਾ ਐਡ ਹੋਣੇ 60,000 ਕਰੋੜ ਕਿਸੇ ਸਟੇਟ ਦੀ ਇਕਨੋਮੀ ਚ, ਉਹਨੂੰ ਕੁਝ ਨਹੀਂ ਹੋ ਸਕਦਾ। ਹਾਂ, ਇੱਕ ਕਿਸਾਨ ਵਿਚਾਰਾ ਜਿਹੜਾ ਕਰਜ਼ਾਈ ਹੋ ਗਿਆ, ਵੇਚ ਦੂ ਜ਼ਮੀਨ, ਦੂਜੇ ਕੋਲ ਚੱਲ ਜੂ, ਫਸਲ ਤੇ ਹੋਣੀ ਆ। ਇਸ ਕਰਕੇ ਉਹ ਫਸਲ ਦੇ ਜਿਹੜੇ ਪੈਸੇ ਹੋਣੇ ਆ ਤੇ ਕਿਸਾਨ ਦੀ ਜੇਬ 'ਚ ਨਹੀਂ ਰਹਿਣੇ, ਉਹ ਦੁਕਾਨਦਾਰ ਕੋਲ ਜਾਣੇ ਆ। ਛੋਟੇ ਤੋਂ ਛੋਟੇ ਵਿਆਹ ਕਰਨਗੇ ਬਹਿਰੇ ਤੱਕ ਵੀ ਜਾਣੇ ਆ। ਬਹੁਤ ਸਾਰਿਆਂ ਦਾ ਰੁਜ਼ਗਾਰ ਜੁੜਿਆ, ਜਦੋਂ ਖੇਤਾਂ 'ਚ ਕੰਮ ਕਰਦੇ ਉੱਥੇ ਰੁਜ਼ਗਾਰ ਜੁੜਿਆ। ਇਸ ਕਰਕੇ ਪੰਜਾਬ ਕਦੀ ਗਰੀਬ ਨਹੀਂ ਹੋ ਸਕਦਾ, ਪੰਜਾਬ ਖੁਸ਼ਹਾਲ ਹੀ ਰਹੂਗਾ। ਪਰ ਇਹ ਪੰਜਾਬ ਦੀ ਲੜਾਈ ਜਿਹੜੀ ਆ ਉਹਦੇ 'ਚ ਪੰਜਾਬੀਆਂ ਨੂੰ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ। ਸਾਨੂੰ ਸਭ ਨੂੰ ਇਕੱਠੇ ਹੋ ਕੇ ਕੋਈ ਵੀ ਮੁੱਦਾ ਵਾ ਉਹਦੇ ਤੇ ਲੜਾਈ ਲੜਨੀ ਚਾਹੀਦੀ। ਫੈਸਲਾ ਕੋਈ ਵੀ ਹੋ, ਅਸੀਂ ਇਕੱਠੇ ਤੇ ਨਜ਼ਰ ਆਉਣੇ ਚਾਹੀਦੇ ਹਨ। ਇਹਦੇ ਗੱਲ ਮਾੜੀ ਨਹੀਂ ਕੀਤੀ ਮੈਂ, ਇਹਦੇ 'ਚ ਵਾਸਤੇ ਭਾਈ ਜ਼ਰੂਰਤ ਇਹ ਆ ਕਿ ਸਾਡੀ ਭਾਈਚਾਰ ਸਾਂਝ, ਸਾਡਾ ਆਪਸ ਡਿਫਰੈਂਸਿਸ ਨਾ ਪੈਣ। ਸਭ ਪਾਰਟੀਆਂ ਨੇ ਸਪੋਰਟ ਕਰਤੀ, ਅਸੀਂ ਥੋੜੇ ਜਿਹੇ ਲੋਕ ਪਾਸੇ ਖੜੇ ਆ, 95% ਲੋਕ ਇੱਕ ਪਾਸੇ ਖੜੇ ਆ। ਹਰ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਕਹਿਣ ਹੱਲ ਨਹੀਂ ਹੋਇਆ, ਉਹ ਨਾਲ ਤੇ ਖੜੇ ਨਾ, ਉਹਦੇ ਆਂਦੇ ਅਸੀਂ ਕਿਸਾਨਾਂ ਦੇ ਨਾਲ ਆ। ਉਹ ਕਰਨੀ ਆ ਅਸੀਂ ਭਾਈਚਾਰਾ। ਤੁਹਾਨੂੰ ਦੱਸਿਆ ਪਰਿਵਾਰ 9 ਮਾਸ ਦਾ ਰਿਸ਼ਤਾ। ਸਾਡੀ ਰਾਜਨੀਤੀ ਵੋਟਾਂ ਕਿੱਥੋਂ ਲੈਣੀਆਂ? ਆੜ੍ਹਤੀਆਂ ਨਾਲ ਅਸੀਂ ਨਹੀਂ ਖੜੇ ਹੋਏ, ਸ਼ੈਲਰਾਂ ਵਾਲਿਆਂ ਨਾਲ ਅਸੀਂ ਨਹੀਂ ਖੜੇ ਹੋਏ। ਆਮ ਛੋਟੇ ਦੁਕਾਨਦਾਰ ਜਿਹੜੇ ਜਾਂ ਕਾਰੋਬਾਰੀ ਨਿੱਕੇ ਮੋਟੇ ਹੈਗੇ ਆ, 1.5 ਸਾਲ ਕੋਵਿਡ ਦਾ ਦੌਰ ਰਿਹਾ, ਉਹਦੇ 'ਚ ਮਹਿੰਗਾਈ 1.5 ਗੁਣਾ ਵੱਧ ਗਈ ਆ ਤੇ ਆਮਦਨੀ ਅੱਧੀ ਵੀ ਨਹੀਂ ਰਹਿ ਗਈ ਲੋਕਾਂ ਦੀ। ਉਹਨਾਂ ਨਾਲ ਅਸੀਂ ਖੜੇ ਨਹੀਂ ਹੋਏ ਵੀ ਉਹਨਾਂ ਨੂੰ ਕੋਈ ਰਾਹਤ ਦਵਾਈਏ, ਸੈਂਟਰ 'ਚੋਂ ਅਸੀਂ ਆਵਾਜ਼ ਦਈਏ ਵੀ ਇਹਨਾਂ ਵਾਸਤੇ ਕੋਈ ਕਰੋ। ਅਸੀਂ ਕਰਦੇ ਪਏ ਤੇ ਵੋਟਾਂ ਕਿੱਥੋਂ ਲੈਣੀਆਂ? ਤੇ ਸਰਕਾਰ ਕਾਹਦੇ ਨਾਲ? ਮੈਨੂੰ ਤਾਂ ਇਹ ਤੇ ਮੁੰਗੇਰੀ ਲਾਲ ਦੇ ਹਸੀਨ ਦੁਨੀਆ 'ਚ ਲੋਕ ਰਹਿੰਦੇ ਆ। ਮੈਂ ਤਾਂ ਕਿਹਾ ਨਾ, ਇਹ ਜਿਹੜੇ ਦਿੱਲੀੋਂ ਵੀ ਆਉਂਦੇ ਆ, ਇਹਨਾਂ ਨੂੰ ਐਲਾਨ ਕਰੋ ਫਲਾਣੇ ਦਿਨ ਅਸੀਂ ਇਸ ਪਿੰਡ ਜਾਵਾਂਗੇ, ਸਭਾ ਕਰਾਂਗੇ ਤੇ ਲੋਕਾਂ ਕੋਲ ਵੋਟਾਂ ਮੰਗਣਗੇ ਜਾਂ ਡੋਰ ਟੂ ਡੋਰ ਕਰਾਂਗੇ। ਕੋਈ ਹੈ ਹਿੰਮਤ ਕਿਸੇ ਦੀ? ਇਸ ਕਰਕੇ ਅੰਦਰ ਜੋ ਮਰਜ਼ੀ ਗੱਲਾਂ ਕਰੀ ਜਾਣ। ਮੈਂ ਤੇ ਹੁਣ ਇਹਦੇ 'ਚ ਕੋਈ ਮੈਂ ਜਦੋਂ ਗੱਲ ਕਰਦਾ ਨਾ ਜੀ, ਮੈਂ ਜਦੋਂ ਗੱਲ ਕਰਦਾ, ਮੈਂ ਕੋਈ ਉਹਦੇ 'ਚ ਇੱਕ ਕਦਮ ਅੱਗੇ ਤੇ ਇੱਕ ਪਿੱਛੇ ਮੈਂ ਕਦੀ ਨਹੀਂ ਕਰਦਾ। ਫਾਇਦਾ ਨੁਕਸਾਨ ਮੈਂ ਕਦੀ ਨਹੀਂ ਵੇਖਿਆ। ਮੈਂ ਆਪਣੀ ਜ਼ਮੀਰ ਮਾਰ ਕੇ ਕਦੀ ਗੱਲ ਨਹੀਂ ਕੀਤੀ। ਜੋ ਮੇਰੇ ਮਨ ਨੇ, ਜੋ ਮੇਰੀ ਜ਼ਮੀਰ ਨੇ ਕਿਹਾ, ਮੈਂ ਉਹ 7-8 ਮਹੀਨੇ ਤੋਂ ਕੋਸ਼ਿਸ਼ ਕਰਦਾ ਪਿਆ ਤੇ ਅਖੀਰ ਮੈਨੂੰ ਬਾਹਰ ਆਉਣਾ ਪਿਆ, ਨਹੀਂ ਸੁਣਵਾਈ ਹੋਈ। ਪਰ ਬਿਲਕੁਲ ਜੋਤੀ, ਪਰ ਤੁਸੀਂ ਇਹ ਸਟੈਂਡ ਲੈ ਲਿਆ ਕਿ ਚਾਹੇ ਕਿਸਾਨ ਅੰਦੋਲਨ ਖਤਮ ਹੋਵੇ ਜਾਂ ਨਾ ਹੋਵੇ, ਤੁਸੀਂ ਬੀਜੇਪੀ ਦੇ ਨਾਲ ਹੀ ਬਣੇ ਰਹੋਗੇ, ਤੁਸੀਂ ਸਮਝਾਉਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹੋਗੇ, ਰਾਈਟ? ਮੈਂ ਤਾਂ ਕੋਸ਼ਿਸ਼ ਕਰਦਾ ਰਹੂੰਗਾ। ਮੈਨੂੰ ਨਹੀਂ ਲੜਾਉਣਾ। ਇਲੈਕਸ਼ਨ ਕੋ ਲੜਨੀ ਜ਼ਰੂਰੀ ਹੈ। ਪੰਜਾਬ ਦੀ ਸ਼ਾਂਤੀ ਭਾਈਚਾਰਾ ਜ਼ਰੂਰੀ ਹੈ, ਇਲੈਕਸ਼ਨ ਲੜਨੀ ਕੋਈ ਜ਼ਰੂਰੀ ਨਹੀਂ ਹੈਗੀ। ਬੀਜੇਪੀ ਫੈਸਲਾ ਕੋਈ ਕਰ, ਜੇ ਕੋਈ ਇਹ ਫੈਸਲਾ ਕਰ ਦੇਣਗੇ ਪਾਰਟੀ ਵਾਲੇ, ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਤਾਂ ਅੱਜ ਦੀ ਡੇਟ 'ਚ ਇਹੀ ਲੱਗਦਾ ਪਿਆ ਮੈਂ ਪਾਰਟੀ ਤੋਂ ਬਾਹਰ ਹੋ ਕੇ ਇਨਡਿਸਪਲਿਨ ਕਰਦਾ ਪਿਆ। ਕਿੰਨਾ ਚਿਰ ਬਰਦਾਸ਼ਤ ਕਰਨਗੇ ਮੈਨੂੰ? ਕਿੰਨਾ ਚਿਰ ਬਰਦਾਸ਼ਤ ਕਰਨਗੇ? ਕਿਉਂਕਿ ਮੈਂ ਆਪਣੀ ਆਵਾਜ਼ ਜਿਹੜੀ ਹੈ, ਮੈਂ ਕਦੀ ਦਬਾਈ ਨਹੀਂ। ਮੈਂ ਤੇ ਇਸ ਤਰ੍ਹਾਂ ਗੱਲ ਕਰੂੰਗਾ। ਜੇ ਮੈਂ ਪੰਜਾਬ 'ਚ ਜਾਊਂਗਾ ਤੇ ਪੰਜਾਬ 'ਚ ਹੀ ਜਾ ਕੇ ਇਹੀ ਗੱਲ ਕਰੂੰਗਾ। ਬਿਲਕੁਲ, ਜਦੋਂ ਪੰਜਾਬ 'ਚ ਜਾਊਂਗਾ ਤੇ ਪੰਜਾਬ 'ਚ ਬਾਕੀ ਜਗ੍ਹਾ ਵੀ ਇਹੀ ਗੱਲ ਕਰੂੰਗਾ।
ਇੰਜ ਦੀਆਂ ਗੱਲਾਂ ਕਰਦੇ ਨੇ ਤਾਂ ਅੱਗੋਂ ਬੀਜੇਪੀ ਦੇ ਲੀਡਰ ਇਹ ਜਵਾਬ ਦਿੰਦੇ ਨੇ ਕਿ ਇਹ ਕਿਸਾਨਾਂ ਨੂੰ ਭੜਕਾ ਰਹੇ ਨੇ, ਵਿਰੋਧੀ ਭੜਕਾ ਰਹੇ ਨੇ। ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ ਪੋਲੀਟੀਕਲ ਮੋਟੀਵੇਟਿਡ ਹੈ। ਤੇ ਤੁਹਾਨੂੰ ਵੀ ਲੱਗਦਾ ਸਿਆਸੀ ਪਾਰਟੀਆਂ ਭੜਕਾ ਰਹੀਆਂ ਨੇ? ਫਿਰ ਤਾਂ ਤੁਹਾਡੇ ਬਿਆਨ ਵੀ ਕਿਸਾਨਾਂ ਨੂੰ ਭੜਕਾ ਸਕਦੇ ਨੇ। ਤੁਸੀਂ ਦੱਸੋ ਸਿਆਸੀ ਪਾਰਟੀਆਂ ਉਹ ਲਿਹਾਜ਼ ਕਿਹਦਾ ਕਰਦੇ ਪਏ ਆ? ਕਾਂਗਰਸ ਦੇ ਲੋਕ ਗਏ, ਉਹਨਾਂ ਨੂੰ ਵੀ ਘੇਰਿਆ, ਅਕਾਲੀਆਂ ਨੇ ਗਏ, ਉਹਨਾਂ ਨੂੰ ਵੀ ਘੇਰਿਆ, ਠੀਕ ਹੈ ਨਾ। ਹਾਲੇ ਕਿ ਘੱਟ ਆ ਕਿਉਂਕਿ ਉਹਨਾਂ ਦਾ ਪਿੰਡਾਂ 'ਚ ਕੱਢ ਰਿਹਾ, ਇਸ ਕਰਕੇ ਉਹ ਸੰਭਾਲ ਲੈਣਗੇ। ਸਾਡਾ ਕੀ ਹੈਗਾ ਪਿੰਡਾਂ 'ਚ? ਸਾਨੂੰ ਤਾਂ ਇੱਕ ਸਹਾਰਾ ਦੇਣਾ, ਕਿਸੇ ਨੇ ਘਰ ਨਹੀਂ ਵਾੜਨਾ ਭਜਦੇ ਨੂੰ। ਪਰ ਬਿਲਕੁਲ ਜੋਸ਼ੀ ਜੀ, ਤੁਹਾਡੇ ਪ੍ਰਤੀ ਨਾਰਾਜ਼ਗੀ ਘਟੀ, ਤੁਹਾਡੇ ਪ੍ਰਤੀ ਨਾਰਾਜ਼ਗੀ ਘਟੀ ਹੈ ਕਿਸਾਨਾਂ ਦੀ? ਮੇਰੇ ਪ੍ਰਤੀ ਤਾਂ ਪਹਿਲਾਂ ਵੀ ਨਹੀਂ। ਮੈਂ ਤਾਂ ਪਿੰਡੂ, ਮੇਰੇ ਤਾਂ ਕੋਈ ਘਰ ਦੇ ਬਾਹਰ ਧਰਨਾ ਨਹੀਂ ਲੱਗਾ, ਕੋਈ ਮੇਰੀ ਦੁਕਾਨ ਦੇ ਬਾਹਰ ਕੋਈ ਧਰਨਾ ਨਹੀਂ ਲੱਗਾ। ਮੈਂ ਤੇ ਸ਼ੁਰੂ ਤੋਂ ਉਹਨਾਂ ਦੇ ਨਾਲ ਜੇ ਇਨ ਟੱਚ ਆ। ਮੈਂ ਪਿੰਡੂ ਬੰਦਾ ਵਾਂ, ਮੇਰਾ ਵਪਾਰ, ਮੇਰੀ ਆੜਤ ਆ, ਮੇਰਾ ਸ਼ੈਲਰ ਆ, ਮੇਰਾ ਕੱਪੜੇ ਦਾ ਕੰਮ ਆ। ਲੀਡਰ ਤਾਂ ਹੋ ਨਾ ਉਸ ਪਾਰਟੀ ਦੇ ਨਾਲ। ਜੇ ਮੈਂ ਉੱਚੀ ਉੱਚੀ ਇਹ ਗੱਲ ਕਰੀ ਜਾਵਾਂ, ਇੱਕੋ ਹੀ ਗੱਲ ਉਹੀ ਉਹਨਾਂ ਨੂੰ ਕਰੀ ਜਾਵਾਂ ਜੋ ਦਿੱਲੀੋਂ ਬੋਲਿਆ ਉਹ ਮੈਂ ਬੋਲਦਾ, ਫਿਰ ਆਪੇ ਮੇਰੇ ਖਿਲਾਫ ਵੀ ਇਹੀ ਕੁਝ ਕਰਨਗੇ। ਮੈਂ ਨਹੀਂ ਬੋਲਦਾ ਦਿੱਲੀੋਂ ਜੋ ਬੋਲਿਆ ਜਾ ਰਿਹਾ। ਮੈਂ ਤੇ ਆਪਣੇ ਮਨ ਦੀ ਆਵਾਜ਼ ਕਰਦਾ ਪਿਆ, ਜੋ ਪੰਜਾਬ 'ਚ ਰਹਿੰਦੇ ਪਏ ਆ, ਪੰਜਾਬ ਦੀ ਗੱਲ ਕਰਨੀ ਆ। ਮੈਂ ਤੇ ਇਹੀ ਗੱਲ ਕਰਦਾ ਪਿਆ ਤੇ ਸਭ ਸਮਝਦੇ ਆ। ਮੈਂ ਇਹਨਾਂ ਨੂੰ ਕਿਹਾ ਅੱਜ ਤੁਸੀਂ ਇਹ ਗੱਲ ਕਰੋ ਕਿ ਬੀਜੇਪੀ ਪੰਜਾਬ ਜਿਹੜੀ ਹੈ ਜੀ ਕਿਸਾਨਾਂ ਦੇ ਨਾਲ ਖੜੀ ਆ, ਕਿਸੇ ਦੇ ਘਰ ਧਰਨਾ ਨਹੀਂ ਲੱਗੂਗਾ, ਕਿਸੇ ਦੇ ਘਰਾਂ ਦੇ ਬਾਹਰ ਕੋਈ ਪਾਗਲ ਨਹੀਂ ਹੈਗੇ। ਬਿਲਕੁਲ, ਇਹ ਕਿਸਾਨਾਂ ਦੇ ਨਾਲ ਕਿਵੇਂ ਖੜੇ ਹੋ ਜਾਣਗੇ ਬੀਜੇਪੀ ਦੇ ਲੀਡਰ, ਪੰਜਾਬ ਬੀਜੇਪੀ ਦੇ? ਕਿਉਂਕਿ ਖੇਤੀ ਕਾਨੂੰਨ ਤਾਂ ਬੀਜੇਪੀ ਹੀ ਲੈ ਕੇ ਆਈ ਹੈ, ਮੋਦੀ ਸਰਕਾਰ ਲੈ ਕੇ ਆਈ ਹੈ। ਫਿਰ ਉਹ ਡਬਲ ਸਰਕਾਰ ਲੈ ਕੇ ਆਈ ਹੈ, ਬੀਜੇਪੀ ਨਹੀਂ ਲੈ ਕੇ ਆਈ। ਸਰਕਾਰ ਸਭ ਦੀ ਹੁੰਦੀ ਹੈ, ਸਰਕਾਰ ਫਿਰ ਕੋਈ ਪਾਰਟੀ ਵਿਸ਼ੇਸ਼ ਹੀ ਨਹੀਂ। ਹਾਂ, ਪਾਰਟੀ ਤੋਂ ਆਸ ਜ਼ਰੂਰ ਲੋਕੀ ਰੱਖਦੇ ਆ ਕਿ ਸਰਕਾਰ ਬੀਜੇਪੀ ਦੀ ਬਣੀ ਆ, ਇਸ ਕਰਕੇ ਮਤਲਬ ਜਿਹੜੀ ਆ ਸੈਂਟਰ ਸਰਕਾਰ ਫਿਰ ਸਭ ਦੀ ਆ। ਇਹ ਨਹੀਂ ਦੂਸਰੀ ਪਾਰਟੀ ਦੀ ਕਿਸੇ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ। ਉਹ ਹਰ ਸਟੇਟ ਨੂੰ ਬਰਾਬਰ ਉਸ ਤਰ੍ਹਾਂ ਦਾ ਜੋ ਅਧਿਕਾਰ ਹੁੰਦਾ ਕਿ ਹੋਰ ਪਾਰਟੀ ਦੀ ਸਰਕਾਰ ਹੋਵੇ ਤੇ ਉਹਦੇ ਨਾਲ ਕੋਈ ਇਹ ਥੋੜੀ ਉਹਨੂੰ ਕੁਝ ਮਿਲਦਾ ਨਹੀਂਗਾ। ਇਸ ਕਰਕੇ ਬੀਜੇਪੀ ਤੋਂ ਆਸ ਜ਼ਰੂਰ ਰੱਖਦੇ ਆ ਕਿ ਸਾਡੇ ਲੀਡਰ ਆ, ਅਸੀਂ ਈਜ਼ੀਲੀ ਉਹਨਾਂ ਦੇ ਨਾਲ ਜਾ ਕੇ ਗੱਲ ਕਰ ਸਕਦੇ। ਇਹ ਨਹੀਂ ਵੀ ਹੋਰ ਕੋਈ ਗੱਲ ਨਹੀਂ ਕਰ ਸਕਦਾ, ਕੈਪਟਨ ਸਾਹਿਬ ਗੱਲ ਨਹੀਂ ਕਰ ਸਕਦੇ, ਉਹ ਵੀ ਕਰ ਸਕਦੇ ਆ, ਉਹਨਾਂ ਨੇ ਵੀ ਗੱਲ ਰੱਖੀ ਆ। ਪਰ ਸਾਨੂੰ ਵੀ ਸਟਰੋਂਗਲੀ ਗੱਲ ਇਹ ਰੱਖਣੀ ਚਾਹੀਦੀ ਆ ਸੈਂਟਰ ਦੇ ਕੋਲ, ਕਿਉਂਕਿ ਅਸੀਂ ਪੰਜਾਬ 'ਚੋਂ ਪੋਲਿਟਿਕਸ ਕਰਨੀ ਆ। ਅਸੀਂ ਸਰਕਾਰ ਸਮਝ ਕੇ ਵੀ ਇਹ ਸਰਕਾਰ ਆ, ਬੀਜੇਪੀ ਨਹੀਂ ਗੀ। ਪ੍ਰਾਈਮ ਮਿਨਿਸਟਰ ਸਭ ਦੇ ਆ, ਉਹ ਇਕੱਲੇ ਇਹ ਤਾਂ ਗੱਲ ਹੈ ਕਿ ਸੈਂਟਰ 'ਚ ਮੋਦੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਤੁਸੀਂ ਤਾਂ ਆਪਣੇ ਆਪ ਨੂੰ ਬਿਲਕੁਲ ਕੇਂਦਰ ਤੋਂ ਵੱਖ ਹੋ ਕੇ ਹੀ ਚੱਲ ਰਹੇ ਹੋ। ਫਿਰ ਬੀਜੇਪੀ ਦੇ ਲੀਡਰ ਤੁਹਾਡੀਆਂ ਗੱਲਾਂ ਕਿਵੇਂ ਸਹਿ ਜਾਣਗੇ? ਤੁਸੀਂ ਦੇਖੋ ਨਾ, ਫਿਰ ਬੀਜੇਪੀ ਦੇ ਲੀਡਰ ਕਿਵੇਂ ਤੁਹਾਡੀਆਂ ਗੱਲਾਂ ਬਰਦਾਸ਼ਤ ਕਰ ਜਾਣਗੇ? ਤੁਸੀਂ ਤਾਂ ਪਾਰਟੀ ਤੋਂ ਬਿਲਕੁਲ ਹੀ ਵੱਖਰਾ ਸਟੈਂਡ ਲੈ ਲਿਆ। ਮੈਂ ਕੋਈ ਬਾਉਂਡ ਥੋੜੀ ਕੀਤਾ ਕਿਸੇ ਨੂੰ। ਮੰਨ ਨਹੀਂ ਰਹੇ ਅਰਸ਼ਦੀਪ ਜੀ, ਮੈਂ ਕਿਸੇ ਨੂੰ ਬਾਉਂਡ ਨਹੀਂ ਕੀਤਾ। ਮੇਰੀਆਂ ਗੱਲਾਂ ਸਹਿਣ ਨਾ ਸਹਿਣ, ਮੈਂ ਆਪਣੇ ਮਨ ਦੀ, ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਗੱਲ ਕਰਦਾ ਪਿਆ। ਕੋਈ ਸਵੇ ਕੋਈ ਨਾ ਸਵੇ, ਕੋਈ ਮੈਨੂੰ ਉਹਦੇ ਨਾਲ ਅਸਰ ਨਹੀਂਗਾ, ਕੋਈ ਫਰਕ ਨਹੀਂ। ਜਦੋਂ ਜੇ ਮੈਂ 6 ਮਹੀਨੇ 7 ਮਹੀਨੇ ਜੇ 6-7 ਮਹੀਨੇ ਮੈਂ ਇਹਨਾਂ ਨੂੰ ਅੰਦਰ ਬਹਿ ਕੇ ਗੱਲ ਕਰ ਲਈ ਵੀ ਸਭ ਨੂੰ ਬੁਲਾਓ, ਸਭ ਦੀ ਸੁਣੋ, ਸਭ ਦੇ ਮਨ ਦੀ ਕੀ ਗੱਲ ਆ, ਉਹਦੇ ਤੋਂ ਕੰਸੈਂਸਸ ਬਣਾ ਕੇ ਇੱਕ ਵਾਰੀ ਲੈ ਕੇ ਚੱਲੋ, ਇੰਨੀ ਵੀ ਗੱਲ ਨਹੀਂ ਹੈਗੀ। ਤੇ ਫਿਰ ਕਿਸੇ ਨੂੰ ਸਵੇ ਨਾ ਸਵੇ ਕੀ ਫਰਕ ਪੈਂਦਾ? ਪਰ ਬਿਲਕੁਲ ਜੋਸ਼ੀ ਜੀ, ਜਦੋਂ ਅਸੀਂ ਬੀਜੇਪੀ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ, ਸੀਨੀਅਰ ਲੀਡਰਸ ਦੇ ਨਾਲ, ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ, ਕਿਸਾਨ ਕਦੇ ਵੀ ਉਹਨਾਂ ਨੂੰ ਮਿਲ ਲੈਣ। ਹਾਲਾਂਕਿ ਜਦੋਂ ਅਸੀਂ ਸਵਾਲ ਪੁੱਛਦੇ ਕਿ ਭਾਈ ਚਿੱਠੀ ਦਾ ਜਵਾਬ ਤਾਂ ਦੇ ਦਿਓ ਜੋ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖੀ ਸੀ, ਤਾਂ ਉਸ ਤੇ ਕਹਿੰਦੇ ਨੇ ਕਿ ਨਹੀਂ, ਕਿਸਾਨ ਆ ਕੇ ਮਿਲ ਲੈਣ। ਤੁਸੀਂ ਕਦੀ ਮੁਲਾਕਾਤ ਦੀ ਕੋਸ਼ਿਸ਼ ਨਹੀਂ ਕੀਤੀ? ਕਿਉਂਕਿ ਤੁਸੀਂ ਵੀ ਕਿਸਾਨਾਂ ਦੀ ਗੱਲ ਰੱਖਣੀ ਹੈ। ਤੁਸੀਂ ਕਦੇ ਕੋਈ ਚਿੱਠੀ ਲਿਖੀ ਹੋਵੇ? ਤੁਸੀਂ ਕਦੇ ਕੋਈ ਗੱਲਬਾਤ ਦੇ ਲਈ ਕੋਈ ਇੱਕ ਸਟੈਪ ਚੁੱਕਿਆ ਹੋਵੇ ਪ੍ਰਧਾਨ ਮੰਤਰੀ ਜੀ ਦੇ ਨਾਲ? ਸਾਰੇ ਜੋ ਇਹ ਸਭ ਕੁਝ ਹੈ ਨਾ ਜੀ, ਮੈਂ ਤਾਂ ਤੁਹਾਨੂੰ ਦੱਸਿਆ, ਮੈਂ ਦਿੱਲੀ ਗਿਆ ਸੀ, ਮੈਂ ਆਪਣੇ ਸੀਨੀਅਰ ਲੀਡਰਸ ਨਾਲ ਗੱਲ ਕੀਤੀ ਸੀ, ਮਿਨਿਸਟਰ ਦੇ ਨਾਲ ਵੀ ਗੱਲ ਕੀਤੀ ਸੀ। ਉਦੋਂ ਹਾਲੇ ਅਕਤੂਬਰ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਪੰਜਾਬ 'ਚ ਹੀ ਬੈਠੇ ਸੀ। ਮੈਂ ਆਪਣੇ ਸੰਗਠਨ ਦੇ ਵੀ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਮੈਨੂੰ ਇਹੋ ਹੀ ਜਵਾਬ ਮਿਲਿਆ ਵੀ 1 ਇੰਚ ਵੀ ਪਿੱਛੇ ਨਹੀਂ ਹਟਣਾ ਹੈ, ਆਪ ਸਮਝਾ सकते हो, ਕਿਸਾਨों को तो ਸਮਝਾਓ। ਹੁਣ ਮੈਂ ਕੀ ਸਮਝਾ ਸਕਦਾ ਹੈ? ਇਹਨਾਂ ਕੋਲ ਤੇ ਕਿਸੇ ਕੋ ਹਾਲੇ ਤੱਕ ਸਮਝਾਇਆ ਨਹੀਂ ਗਿਆ। ਤੇ ਅਸੀਂ ਸਮਝਾ ਕੇ ਤੁਹਾਨੂੰ ਦੱਸਿਆ, ਡਿਬੇਟ 'ਚ ਜਾ ਕੇ ਵੇਖ ਲਿਆ, ਅਖੀਰ ਹੱਥ ਜੋੜਤੇ। ਉਸ ਤੋਂ ਬਾਅਦ ਜਿਹਦੇ ਨਾਲ ਵੀ ਗੱਲ ਕਰਦੇ ਸਾਂ ਉਹ ਗੱਲ ਪੈਂਦਾ ਸੀ। ਤੇ ਇਹਨਾਂ ਨੇ ਕਿੰਨਾ ਸਮਝਾ ਲਿਆ? ਭੱਜੇ ਹੀ ਫਿਰਦੇ ਅੱਗੇ ਡਾਂਗਾਂ ਤੇ ਲੈ ਕੇ ਪਿੱਛੇ ਵੱਜੇ ਬੰਦੇ, ਭੱਜੇ ਫਿਰਦੇ ਆ, ਇਹ ਅੱਗੇ ਭੱਜੇ ਫਿਰਦੇ ਆ। ਮੈਨੂੰ ਤੇ ਇਹ ਖੇਡ, ਮੈਨੂੰ ਨਹੀਂ ਲੱਗਦਾ ਵੀ ਇਹ ਜੇ ਨਹੀਂ ਮਸਲਾ ਕਿਤੇ ਨਾ ਕਿਸੇ, ਮੈਂ ਰੱਦ ਨਹੀਂ ਆਂਦਾ, ਮੈਂ ਰਿਪੀਲ ਬਿਲਕੁਲ ਮੈਂ ਨਹੀਂ ਆਂਦਾ ਵੀ ਇਹ ਰੱਦ ਹੀ ਕਰੋ। ਮੈਂ ਨਾ ਕਿਸੇ ਵੀ ਲੈਵਲ ਤੇ ਆਪਾਂ ਦੇਸ਼ਾਂ ਦੇ ਝਗੜੇ ਮੁੱਕ ਜਾਂਦੇ ਆ, ਆਪਣਾ ਇਹ ਝਗੜਾ ਕਿਉਂ ਨਹੀਂ ਮੁੱਕਦਾ ਪਿਆ? ਉਹਨਾਂ ਨੂੰ ਸੱਦ ਲਓ, ਪਿਆਰ ਕਰੋ, ਉਹਨਾਂ ਨੂੰ ਸਮਝਾਓ। ਤੇ ਸਾਡੇ ਲੀਡਰ ਜੇ ਕਟੂ ਭਾਸ਼ਾ ਜਿਹੜੀ ਮਾੜੀ ਸ਼ਬਦਾਵਲੀ ਕਈ ਜਿਹੜੇ ਲੀਡਰ ਵਰਤਦੇ ਪਏ ਆ ਕਿਸਾਨਾਂ ਪ੍ਰਤੀ, ਉਹਨੇ ਵੀ ਤੇ ਬਲਦੀ 'ਚ ਘਿਓ ਪਾਉਂਦਾ ਹੀ ਤੇ ਕੰਮ ਕੀਤਾ, ਤੇਲ ਪਾਉਂਦਾ।
ਜੇ ਉਹ ਵੀ ਹਮ, ਦੇਖੋ ਕੋਈ ਵੀ ਮਸਲਾ ਹੱਲ ਕਰਨਾ ਵੇ ਉਹਦੇ ਚ ਭਾਸ਼ਾ ਤੇ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਆ। ਰਾਈਟ, ਬਿਲਕੁਲ। ਖਾਸ ਕਰਕੇ ਜਦੋਂ ਐਡਾ ਡੈਡਲੌਕ ਪੈਦਾ ਹੋਇਆ ਹੋਵੇ, ਉਹਨਾਂ ਨੂੰ ਹਮ, ਨੇੜੇ ਲਿਆਉਣ ਵਾਸਤੇ ਸਗੋਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਪਿਆਰ ਦੇ ਨਾਲ ਹੱਥ ਜੋੜ ਕੇ ਵੀ ਆਪਾਂ ਆਓ ਹਮ, ਇਕੱਠੇ ਬਈਏ, ਇੱਕ ਦੇਸ਼ ਦੇ ਲੋਕ ਆ, ਸਰਕਾਰ ਵੀ ਹਮ, ਤੁਹਾਡੀ ਆ ਤੇ ਦਿੱਲੀ ਵੀ ਤੁਹਾਡੀ ਆ। ਇੱਕ ਹਮ, ਇਹ ਸ਼ੋਅ ਹੋ ਜਾਣਾ ਜਾਂ ਕੁਝ ਮਾੜੇ ਅਨਸਰ ਇਹ ਸ਼ੋਅ ਕਰ ਦੇਣ ਵੀ ਦਿੱਲੀ ਕੋਈ ਹੋ ਰਿਹਾ ਤੇ ਅਸੀਂ ਪੰਜਾਬ ਕੋਈ ਹੋ ਰਿਹਾ, ਦਿੱਲੀ ਨੂੰ ਅਸੀਂ ਜਿੱਤਣ ਜਾਣਾ, ਇਹ ਭਾਵਨਾ ਜਿਹੜੀ ਦਿਮਾਗ 'ਚ ਆਉਣੀ ਜਿਹੜੀ ਹੈ ਨਾ, ਸਭ ਤੋਂ ਦੇਸ਼ ਵਾਸਤੇ ਮਾੜੀ ਭਾਵਨਾ ਵਾ। ਉਹਦੇ ਵਾਸਤੇ ਸਾਡੀ ਕੋਸ਼ਿਸ਼ ਜਿਹੜੀ ਆ ਨਾ, ਸਾਰਥਕ ਇਹੀ ਹੋ ਸਕਦੀ ਆ ਵੀ ਅਸੀਂ ਆਖੇ ਨਹੀਂ ਆਪਾਂ ਭਰਾ ਵਾਂ, ਆਪਾਂ ਇਕੱਠੇ ਚੱਲਦੇ ਆ, ਅਸੀਂ ਤੁਹਾਨੂੰ ਲੈ ਕੇ ਚੱਲਦੇ ਆ। ਇਹ ਸ਼ੁਰੂ ਤੋਂ ਹੀ ਨਹੀਂ ਹੋਇਆ। ਜੇ ਐਫਰਟ ਸ਼ੁਰੂ ਤੋਂ ਹੁੰਦਾ ਨਾ ਤੇ ਇੱਥੋਂ ਤੱਕ ਗੱਲ ਨਹੀਂ ਸੀ ਪਹੁੰਚਣੀ, ਇੱਥੇ ਨਿਬੜ ਜਾਣੀ ਸੀ ਪੰਜਾਬ 'ਚ। ਇਹ ਦਿੱਲੀ ਜਾਣਾ ਹੀ ਨਹੀਂ ਸੀ ਇਹ ਅੰਦੋਲਨ, ਉਸ ਵੇਲੇ ਵੀ ਗੱਲ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ। ਇਹ ਬੀਜੇਪੀ ਦੇ ਲੀਡਰ ਭਰੋਸੇ ਦਿੰਦੇ ਨੇ, ਸਾਨੂੰ ਵੀ ਦਿੰਦੇ ਨੇ, ਕਿਸਾਨਾਂ ਨੂੰ ਵੀ ਇਹ ਦਿੰਦੇ ਨੇ। ਇਸ ਗੱਲ 'ਚ ਕਿੰਨੀ ਕੁ ਸੱਚਾਈ ਲੱਗਦੀ ਹੈ? ਅਸੈਸਿਬਲ ਨੇ ਮੇਰੇ ਨਾਲ ਸਲਾਹ ਪ੍ਰਧਾਨ ਨਹੀਂ ਮੰਤਰੀ ਕੀਤੀ ਜੀ? ਮੇਰੇ ਨਾਲ ਅਰਸ਼ਦੀਪ ਜੀ, ਮੇਰੇ ਨਾਲ ਕਿਸੇ ਨੇ ਸਲਾਹ ਨਹੀਂ ਕੀਤੀ, ਨਾ ਮੈਨੂੰ ਦੱਸਿਆ ਵੀ ਕਦੋਂ ਉਹਨਾਂ ਨੂੰ ਕਿਹਾ। ਇਹਨਾਂ ਦੀ ਤੇ ਆਪਣੀ ਅਪਰੋਚ ਨਹੀਂ, ਇਹਨਾਂ ਦੀ ਇੰਨੀ ਹਿੰਮਤ ਹੀ ਨਹੀਂ ਪੰਜਾਬ ਦੇ ਲੀਡਰਾਂ ਦੀ ਉੱਥੇ ਜਾ ਕੇ ਗੱਲ ਕਰ ਲੈਣ ਤੇ ਨਾਲ ਇਹ ਕਹਿਣ ਵੀ ਅਸੀਂ ਮਤਲਬ ਜਿਹੜੀ ਆ ਸਾਡੇ ਮਨ ਦੀ ਗੱਲ ਹੈ। ਇਹਨਾਂ ਦੀ ਤੇ ਇੰਨੀ ਨਹੀਂ ਹਿੰਮਤ ਹੈਗੀ। ਇਹ ਆਪਣੇ ਆਪ ਨੂੰ ਉਸ ਲੈਵਲ ਤੇ ਗਿਣਦੇ ਹੀ ਨਹੀਂ ਕਿ ਵੀ ਕਿਸਾਨਾਂ ਦਾ ਮੁੱਦਾ ਸਾਡੇ ਲੈਵਲ ਦਾ। ਜੇ ਇਹਨਾਂ ਨੇ ਆਪਣੇ ਆਪ ਨੂੰ ਉਸ ਲੈਵਲ ਤੇ ਗਿਣਿਆ ਹੁੰਦਾ ਨਾ, ਪੰਜਾਬ ਦੀ ਟੀਮ ਨੇ, ਪ੍ਰਧਾਨ ਨੇ ਜਾਂ ਇਹਨਾਂ ਦੇ ਨਾਲ ਜਿਹੜੀ ਕੋਰ ਕਮੇਟੀ ਆ, ਵੀ ਅਸੀਂ ਯਾਰ ਸਾਡਾ ਲੋੜ ਆ, ਅਸੀਂ ਇਨੀਸ਼ੀਏਟਿਵ ਲਵਾਂਗੇ, ਅਸੀਂ ਜਿਹੜੀ ਗਰਾਊਂਡ ਰਿਐਲਿਟੀ ਜਾ ਕੇ ਦੱਸਦੇ ਆ ਤੇ ਅਸੀਂ ਇਹ ਪੰਜਾਬ 'ਚ ਹੱਲ ਹੋ ਜਾਣਾ ਸੀ। ਇਹਨਾਂ ਨੇ ਸਮਝਿਆ ਹੀ ਨਹੀਂ ਵੀ ਇਹਨਾਂ ਨੇ ਸੋਚਿਆ ਵੀ ਇਹ ਮੋਦੀ ਜੀ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਜਾਂ ਹਿੰਦੁਸਤਾਨ ਦੇ ਕਿਸਾਨਾਂ ਦੇ ਲੈਵਲ ਦਾ ਜਾਂ ਉੱਪਰਲੇ ਲੈਵਲ ਦੇ ਵਿਆਹ ਸਹੀ ਜੇ ਗੱਲ ਕਰਾਂਗੇ ਤਾਂ ਸਾਨੂੰ ਕਦੇ ਕੁਝ ਝਿੜਕੀ ਨਾ ਦਵੇ। ਇਸ ਕਰਕੇ ਇਹਨਾਂ ਨੇ ਇਹ ਕੋਸ਼ਿਸ਼ ਹੀ ਨਹੀਂ ਕੀਤੀ। ਮੋਦੀ ਸਾਹਿਬ ਨੇ ਮਤਲਬ ਇਹਨਾਂ ਨੂੰ ਡਰ ਹੈ, ਇਹਨਾਂ ਨੂੰ ਡਰ ਹੈ ਕਿ ਸਾਡੀ ਆਵਾਜ਼ ਇਹਨਾਂ ਸੁਣੀ ਨਹੀਂ ਜਾਂਦੀ। ਕੰਪਲੈਕਸ ਹੈਗਾ ਵਾ ਜੀ, ਇਹਨਾਂ ਦੇ ਅੰਦਰ ਕੰਪਲੈਕਸ ਆ। ਇਹ ਮਤਲਬ ਉਸ ਗੱਲ ਦਾ ਜਿਹੜਾ ਨਾ ਇਹ ਲੈਵਲ ਹੀ ਨਹੀਂ ਆਪਣਾ ਸਮਝਿਆ ਇਹਨਾਂ ਨੇ। ਨਹੀਂ ਤੇ ਪੰਜਾਬ 'ਚ ਮਸਲਾ ਹੱਲ ਹੋ ਜਾਣਾ ਸੀ। ਉਦੋਂ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਦੋਂ ਛੋਟੀਆਂ ਗੱਲਾਂ ਸੀ ਤੇ ਸਿਰਫ ਪੰਜਾਬ ਦੀਆਂ ਗੱਲਾਂ ਸੀ। ਪੰਜਾਬ 'ਚ ਐਮਐਸਪੀ ਤੇ ਆਉਂਦੀ ਪਈ ਆ, ਪੰਜਾਬ 'ਚ ਐਮਐਸਪੀ ਆਉਂਦੀ ਪਈ, ਹਰਿਆਣੇ 'ਚ ਵੀ ਆਉਂਦੀ ਪਈ ਆ। ਉਸ ਵੇਲੇ ਉਹਨਾਂ ਦੀ ਸਿਰਫ ਸੀ ਵੀ ਇੱਕ ਜਿਹੜਾ ਐਸਡੀਐਮ ਦੀ ਬਜਾਏ ਸਾਨੂੰ ਕੋਰਟ ਦਾ ਕਰ ਦਿਓ, ਵੀ ਕੋਰਟ ਲੈਵਲ ਤੱਕ ਚੱਲ ਜਾਈਏ ਅਸੀਂ, ਤੇ ਦੂਜਾ ਐਮਐਸਪੀ ਦੀ ਗਾਰੰਟੀ ਦੇ ਦਿਓ। ਤੇ ਐਮਐਸਪੀ ਦੀ ਗਾਰੰਟੀ ਤੇ ਪੰਜਾਬ 'ਚ ਹੈ ਹੀ ਆ। ਹੁਣ ਹੌਲੀ ਹੌਲੀ ਜਦੋਂ ਹਰਿਆਣਾ ਰਲਿਆ, ਹਰਿਆਣੇ 'ਚ ਵੀ ਹੈਗੀ ਆ, ਯੂਪੀ ਰਲ ਗਿਆ, ਯੂਪੀ ਦੇ ਨਾਲ ਰਾਜਸਥਾਨ, ਉੱਤਰਾਖੰਡ ਰਲ ਗਿਆ। ਹਾਂਜੀ, ਥੋੜੇ ਮੋਟੇ ਲੀਡਰ ਜਿਹੜੇ ਬਾਹਰੋਂ ਅੰਦਰੋਂ ਵੀ ਆ ਗਏ ਤੇ ਉਹ ਪੂਰੇ ਦੇਸ਼ ਦਾ ਮੁੱਦਾ ਬਣ ਗਿਆ। ਹੁਣ ਦੇਸ਼ 'ਚ ਐਮਐਸਪੀ ਕਿਸ ਤਰ੍ਹਾਂ ਦਿੱਤੀ ਜਾ ਸਕਦੀ? 17 ਲੱਖ ਕਰੋੜ ਰੁਪਏ ਚਾਹੀਦਾ। ਇਸ ਕਰਕੇ ਪੰਜਾਬ ਦੇ ਵਿੱਚ ਮਸਲਾ ਪੰਜਾਬ ਦਾ ਅੰਦੋਲਨ ਸੀ। ਇਹ ਪੰਜਾਬ ਦੇ ਵਿੱਚੋਂ ਬਾਹਰ ਜਾਣ ਦੇਣਾ ਨਹੀਂ ਸੀ ਚਾਹੀਦਾ, ਇੱਥੇ ਮਸਲਾ ਹੱਲ ਹੋਣਾ ਚਾਹੀਦਾ ਸੀ। ਤੇ ਉਦੋਂ ਮੈਂ ਜਿਹੜੀ ਕੋਸ਼ਿਸ਼ ਕੀਤੀ ਸੀ ਜਾਂ ਉਦੋਂ ਇਹਨਾਂ ਨੂੰ ਕਿਹਾ, ਉਦੋਂ ਨਹੀਂ ਕਿਸੇ ਨੇ ਸੁਣਵਾਈ ਕੀਤੀ। ਤੇ ਹੁਣ ਤੇ ਜਿਹੜਾ ਖਲਾਰਾ ਪਿਆ ਵਾ, ਹੁਣ ਤੇ ਬਹੁਤ ਵੱਡੀ ਕੋਸ਼ਿਸ਼ ਦੀ ਜ਼ਰੂਰਤ ਆ ਤੇ ਬਹੁਤ ਜਿਹੜਾ ਵਾ ਨਾ ਉਹ ਆਪਣਾ ਜਿਹੜਾ ਵਾ ਜ਼ੋਰ ਲੱਗੂਗਾ ਹੁਣ ਤੇ, ਕਿਉਂਕਿ ਅੜੀ ਹੋ ਗਈ ਨਾ ਪਿੱਠ ਲੱਗਣ ਦਾ। ਪਿੱਠਾਂ ਦਾ ਸਵਾਲ ਹੋ ਗਿਆ। ਉਹ ਆਂਦੇ ਸਾਡੀ ਪਿੱਠ ਨਾ ਲੱਗ ਜੇ, ਉਹ ਆਂਦੇ ਸਾਡੀ ਨਾ ਲੱਗ ਜੇ। ਹੁਣ ਇਹ ਜਦੋਂ ਪਿੱਠ ਦੇ ਸਵਾਲ ਬਣਨਗੇ ਤੇ ਦੇਸ਼ ਦਾ ਕੀ ਭਲਾ ਹੋਊਗਾ? ਇਸ ਕਰਕੇ ਇਹ ਸਾਰੀ ਚੀਜ਼ਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਭਲੇ ਵਾਸਤੇ ਦੋਵਾਂ ਧਿਰਾਂ ਨੂੰ ਨੇੜੇ ਆਉਣਾ ਚਾਹੀਦਾ ਤੇ ਥੋੜਾ ਥੋੜਾ ਆਪਣਾ ਇੱਕ ਕਦਮ ਕੋਈ ਪਿੱਛੇ ਹਟੇ, ਕੋਈ ਅੱਗੇ ਵਧੇ, ਇਸ ਤਰ੍ਹਾਂ ਹੀ ਮਸਲਾ ਹੱਲ ਹੋਊਗਾ। ਬਿਲਕੁਲ ਜੋਸ਼ੀ ਜੀ, ਪੰਜਾਬ ਦੇ ਬੀਜੇਪੀ ਲੀਡਰਸ ਦੇ ਵਿੱਚ ਅਗਰ ਇੰਨਾ ਕੰਪਲੈਕਸ ਹੈ ਕਿ ਉਹ ਕਿਸਾਨਾਂ ਦੀ ਗੱਲ ਅੱਗੇ ਪ੍ਰਧਾਨ ਮੰਤਰੀ ਤੱਕ, ਕੇਂਦਰ ਤੱਕ ਕਰ ਹੀ ਨਹੀਂ ਸਕਦੇ, ਤਾਂ ਫਿਰ ਇੰਨਾ ਜੋਸ਼, ਇੰਨਾ ਕੌਨਫੀਡੈਂਸ ਇਹਨਾਂ 'ਚ ਕਿਵੇਂ ਆ ਰਿਹਾ ਕਿ ਬਈ ਅਸੀਂ ਪੰਜਾਬ 'ਚ ਸਰਕਾਰ ਬਣਾ ਰਹੇ ਹਾਂ? ਤੁਹਾਨੂੰ ਪਤਾ ਹੈ ਇਹ ਸਵਾਲ ਤੁਹਾਨੂੰ ਪਤਾ ਜਵਾਬ ਦਾ। ਤੁਸੀਂ ਗਰਾਊਂਡ ਰਿਐਲਿਟੀ ਚੰਗੀ ਤਰ੍ਹਾਂ ਸਮਝਦੇ ਹੋ। ਜੋਸ਼ੀ ਜੀ ਦੱਸਣਾ ਅੰਦਰ ਖਾਤੇ ਸਾਰੇ ਗੱਲਾਂ ਮੈਂ ਤਾਂ ਦੱਸਦਾ ਮੈਡਮ, ਮੈਂ ਤਾਂ ਦੱਸਦਾ ਵਾ। ਇਹ ਮੰਗੇਰੀ ਲਾਲ ਦੇ ਹਸੀਨ ਸਪਨੇ ਆਪਣੇ ਆਪ ਨੂੰ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਪਏ। ਵਰਕਰ ਡਰਿਆ ਵਾ, ਐਮਐਲਏ ਨਾਲ ਇੰਨਾ ਕੁਝ ਹੋ ਜਾਂਦਾ ਤੇ ਆਮ ਵਰਕਰ ਜਿਹੜਾ ਬੂਥ ਵਾਲਾ ਉਹ ਕੀ ਕਰੂਗਾ ਜੀ? ਆਮ ਮੰਡਲ ਪ੍ਰਧਾਨ ਕੀ ਕਰੂਗਾ? ਜ਼ਿਲ੍ਹਾ ਅਧਿਕਸ਼ ਕੀ ਕਰੂਗਾ? 6-6 ਮਹੀਨਿਆਂ ਤੋਂ ਉਹਨਾਂ ਦੇ ਘਰਾਂ ਅੱਗੇ ਧਰਨੇ ਲੱਗੇ ਆ। ਉਹ ਵਿਚਾਰੇ ਕਈ ਵਾਰੀ ਫੋਨ ਕਰਦੇ ਹੁੰਦੇ, ਸਾਡਾ ਤਾਂ ਫੋਨ ਵੀ ਨਹੀਂ ਸੁਣਦੇ ਉੱਪਰਲੇ। ਸਾਨੂੰ ਕਦੀ ਹੌਸਲਾ ਵੀ ਨਹੀਂ ਉਹਨਾਂ ਨੇ ਦਿੱਤਾ ਕੋਈ ਗੱਲ ਨਹੀਂ ਆ, ਹੱਲ ਹੋ ਜੂ ਮਸਲਾ। ਮਤਲਬ ਇਹ ਚੀਜ਼ਾਂ ਜਿਹੜੀਆਂ ਵਾ ਨਾ, ਇਹ ਬਹੁਤ ਸਾਰੀਆਂ ਵਰਕਰ ਦੇ ਮਨ ਦੇ ਵਿੱਚ ਹੈਗੀਆਂ ਵਾ, ਜਿਹਦੀ ਸੁਣਵਾਈ ਅੱਜ ਤੱਕ ਹੋਈ ਨਹੀਂ ਆ। ਤੁਹਾਨੂੰ ਦੱਸਿਆ ਪਹਿਲਾਂ ਫਤਵਾ ਜਾਰੀ ਕਰਦੇ ਆ, ਕੋਈ ਨੈਗੇਟਿਵ ਨਹੀਂ ਗੱਲ ਕਰਨੀ। ਹੁਣ ਹਕੀਕਤ ਦੱਸਣੀ, ਨੈਗੇਟਿਵ ਗੱਲ ਜੇ ਕੋਈ ਸਮਝ ਲੇ ਤਾਂ ਫਿਰ ਕਿਸ ਤਰ੍ਹਾਂ ਭਲਾ ਹੋਊਗਾ? ਬਿਲਕੁਲ ਜੋਸ਼ੀ ਜੀ, ਹੁਣ ਐਸੇ ਹਾਲਾਤ ਦੇ ਵਿੱਚ ਜਦੋਂ ਬੀਜੇਪੀ ਨੇ, ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬਲੈਕ ਲਿਸਟ 'ਚ ਪਾ ਦਿੱਤਾ ਹੈ, 2022 ਦੀਆਂ ਚੋਣਾਂ ਸਿਰ ਤੇ ਨੇ, ਕਿ ਤੁਸੀਂ ਪ੍ਰਚਾਰ ਕਰਨ ਨਿਕਲੋਗੇ ਕਿ ਬੀਜੇਪੀ ਨੂੰ ਤੁਹਾਡੀ ਜ਼ਰੂਰਤ ਨਹੀਂ ਹੈ? ਮੈਡਮ ਇਹ ਸਵਾਲ ਉਹਨਾਂ ਨੂੰ ਪੁੱਛਿਆ, ਮੇਰਾ ਸਵਾਲ ਨਹੀਂ ਹੈ। ਬਿਲਕੁਲ ਜੋਸ਼ੀ ਸਾਹਿਬ, ਕਿਸਾਨਾਂ ਦੀ ਮੰਗ ਤੁਹਾਨੂੰ ਕਿੰਨੀ ਕੁ ਵਾਜਬ ਲੱਗਦੀ ਹੈ?
ਮੈਂ ਇਹੀ ਕਹਿ ਰਿਹਾ ਵਾਂ ਕਿ ਕੋਈ ਸਰਕਾਰ ਇਹੋ ਜਿਹਾ ਕਾਨੂੰਨ ਕਦੀ ਨਹੀਂ ਬਣਾਉਂਦੀ, ਇਹ ਸੋਚ ਕੇ ਕਦੀ ਨਹੀਂ ਬਣਾਉਂਦੀ ਵੀ ਜਿਸ ਵਰਗ ਜਿਸ ਕਮਿਊਨਿਟੀ ਵਾਸਤੇ ਬਣਾਇਆ ਜਾ ਰਿਹਾ ਉਹਨਾਂ ਦਾ ਨੁਕਸਾਨ ਹੋਵੇ, ਭਾਵੇਂ ਉਹ ਸਟੇਟ ਸਰਕਾਰ ਹੋਵੇ ਭਾਵੇਂ ਸੈਂਟਰ ਸਰਕਾਰ ਹੋਵੇ। ਵਿਵਾਦ ਉਦੋਂ ਹੋ ਸਕਦਾ ਵਾ ਜਦੋਂ ਲਾਗੂ ਹੁੰਦੇ, ਇੰਟਰੋਡਿਊਸ ਹੁੰਦੇ ਆ, ਤੇ ਫਿਰ ਕਈ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਉਹਦੇ ਚ ਅਮੈਂਡਮੈਂਟਸ ਹੁੰਦੀਆਂ, ਲਾਗੂ ਹੋ ਜਾਂਦੇ ਆ। ਬਾਈ ਚਾਂਸ ਬਦਕਿਸਮਤੀ ਦੇ ਨਾਲ ਇਹ ਜਿਹੜੇ ਕਾਨੂੰਨ ਆ ਨਾ, ਜਦੋਂ ਆਏ ਆ ਉਦੋਂ ਪਹਿਲਾਂ ਆਰਡੀਨੈਂਸ ਆਏ, ਜਦੋਂ ਰੌਲਾ ਪੈ ਗਿਆ, ਜਦੋਂ ਕਾਨੂੰਨ ਆਏ ਲਾਗੂ ਹੋਣ ਤੋਂ ਪਹਿਲਾਂ ਹੀ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ, ਤੇ ਉਸ ਤੋਂ ਬਾਅਦ ਜਿਹੜੀ ਆ ਨਾ ਉਹ ਟਾਈਮਲੀ ਜਿਹੜੀ ਗੱਲਬਾਤ ਹੁੰਦੀ ਤੇ ਇਹ ਸੌਖਾ ਨਿਬੜ ਜਾਣਾ ਸੀ। ਪਰ ਇਹ ਆ ਵੀ ਇਹਦਾ ਲੈਵਲ ਜਿਹੜਾ ਵਾ ਨਾ ਉਹ ਲੰਬਾ ਇੰਨਾ ਚੱਲ ਗਿਆ, ਤੁਸੀਂ 10 ਮਹੀਨੇ ਹੋ ਗਏ ਆ। ਹੁਣ ਇਹ ਆ ਕਿ ਹੁਣ 10 ਮਹੀਨਿਆਂ ਬਾਅਦ ਇਹ ਕਿਸ ਤਰ੍ਹਾਂ ਨਿਬੜੂਗਾ, ਚਿੰਤਾ ਇਹੀ ਆ ਸਭ ਨੂੰ, ਸਰਕਾਰ ਨੂੰ ਵੀ ਆ, ਕਿਸਾਨਾਂ ਨੂੰ ਵੀ ਆ। 500 ਕਿਸਾਨ ਜਿਹੜੇ ਆ ਉੱਥੇ ਉਹਨਾਂ ਦੀ ਡੈਥਸ ਹੋ ਗਈਆਂ। ਹਾਂਜੀ, ਉਹ ਹਰ ਕੋਵਿਡ ਦੀ ਇੰਨੀ ਭਿਆਨਕ ਬਿਮਾਰੀ ਤੋਂ ਡਰੇ ਨਹੀਂ, ਕੀ ਖਦਸ਼ੇ ਆ ਉਹਨਾਂ ਦੇ ਮਨ ਦੇ ਵਿੱਚ। ਇਸ ਕਰਕੇ ਮੈਂ ਤੇ ਆਨਾ ਵਾ ਵੀ ਜਿਹੜੀ ਚੀਜ਼ ਆਪਾਂ ਕਿਸੇ ਦੇ ਫਾਇਦੇ ਵਾਸਤੇ ਕਰਦੇ ਪਏ ਆ, ਉਹਨਾਂ ਨੂੰ ਬਿਠਾ ਕੇ ਦੁਬਾਰਾ ਡਰਾਫਟ ਹੋ ਜੇ, ਉਹਨਾਂ ਦਾ ਕੁਝ, ਉਹਨਾਂ ਦੀਆਂ ਗੱਲਾਂ ਲੈ ਲਈਏ, ਕੁਝ ਇਹਨਾਂ ਦੀਆਂ ਬਰਾਬਰ, ਤੇ ਇੱਕ ਪਾਸੇ ਪਾਸ ਕਰ ਲੈਣ, ਇੱਕ ਪਾਸੇ ਇਹਨਾਂ ਨੂੰ ਵਾਪਸ ਲੈ ਲੈਣ, ਇਕੱਠਾ ਹੀ ਇਹ ਕੰਮ ਹੋ ਜੇ। ਕੋਈ ਇਹੋ ਜਿਹਾ ਹੱਲ ਤੇ ਕੱਢਣਾ ਹੀ ਪੈਣਾ। ਇਸ ਕਰਕੇ ਮੈਂ ਨਹੀਂ ਆਂਦਾ ਕੌਣ ਗਲਤ ਹੈ ਕੌਣ ਸਹੀ ਹੈ, ਮੈਂ ਤੇ ਇਹੀ ਆਨਾ ਵਾ ਵੀ ਸਮਰੱਥਾ ਜਿਹੜੀ ਆ ਉਹ ਸਰਕਾਰ ਦੇ ਵਿੱਚ ਹਰ ਤਰ੍ਹਾਂ ਦੀ ਹੈਗੀ ਆ ਇਸ ਮਸਲੇ ਨੂੰ ਹੱਲ ਕਰਨ ਵਾਸਤੇ। ਤੇ ਕਿਸਾਨ ਵੀ ਜਿਹੜੇ ਉਹਨਾਂ ਨੂੰ ਵੀ ਵੱਡਾ ਦਿਲ ਕਰਕੇ ਦੇਸ਼ ਹਿੱਤ ਦੇ ਵਿੱਚ ਸੋਚ ਕੇ ਤੇ ਇਹ ਕਿੱਥੇ ਵੀ ਨੇੜੇ ਜਿੱਥੇ ਗੱਲ ਆਉਂਦੀ ਆ ਉਹਨੂੰ ਮੁਕਾਉਣਾ ਜ਼ਰੂਰੀ ਆ। ਦੇਸ਼ਾਂ ਦੇ ਮਸਲੇ ਹੱਲ ਹੋ ਜਾਂਦੇ ਆ, ਤੇ ਕੋਈ ਐ ਨਹੀਂ ਹੈ ਵੀ ਹੋਰ ਹੱਲ ਨਹੀਂ ਹੋ ਸਕਦਾ। ਉੱਤੇ ਡਿਲੇ ਜਿਹੜੀ ਹੈ ਨਾ ਉਹ ਡਿਲੇ ਜਿਹੜੀ ਹੈ ਨਾ ਉਹ ਵੱਡਾ ਕਾਰਨ ਰਿਹਾ। ਹਾਂ, ਤੁਸੀਂ ਹੋਰ ਕਿੰਨਾ ਇੰਤਜ਼ਾਰ ਕਰੋਗੇ ਇਸ ਮਸਲੇ ਦੇ ਹੱਲ ਹੋਣ ਦਾ? ਆਪਣੇ ਆਪ ਨੂੰ ਮੈਂ ਤੇ ਆਪਣੀ ਆਵਾਜ਼ ਦੇਈ ਜਾ ਰਿਹਾ, ਮੈਂ ਕੋਈ ਇਹ ਤੇ ਹੈ ਨਹੀਂ ਵੀ ਮੈਂ ਕੋਈ ਫੜ ਕੇ ਤੇ ਆਪ ਕੁਝ ਕਰ ਦੂੰਗਾ, ਮੇਰੇ ਤੇ ਬਸ ਹੈ ਨਹੀਂ। ਮੇਰੇ ਵਾਸਤੇ ਇਹੀ ਆ ਕਿ ਮੈਂ ਇੱਕ ਆਪਣੇ ਪੰਜਾਬੀ ਹੋਣ ਦਾ ਜਿਹੜਾ ਵਾ ਨਾ ਉਹ ਪੰਜਾਬੀ ਹੋਣ ਦਾ ਜਿਹੜਾ ਵਾ ਉਹ ਹੱਕ ਅਦਾ ਕਰ ਰਿਹਾ ਵਾਂ, ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਬੀਜੇਪੀ ਨੂੰ, ਸਭ ਦੇ ਉਹਨਾਂ ਦੇ ਹਮਦਰਦ ਬਣ ਕੇ ਉਹਨਾਂ ਦੇ ਨਾਲ ਖਲੋਣਾ ਚਾਹੀਦਾ, ਤੇ ਜਿੱਥੋਂ ਤੱਕ ਵਾਹ ਲੱਗਦੀ ਹੈ ਇਹਨੂੰ ਮਸਲੇ ਨੂੰ ਹੱਲ ਕਰਾਉਣਾ ਚਾਹੀਦਾ। ਹੋਰ ਮੇਰੇ ਕੋਲ ਕੋਈ ਪਾਵਰ ਥੋੜੀ ਵੀ ਮੈਂ ਨਹੀਂ ਕਰੂੰਗਾ ਫਿਰ ਮੈਂ ਕੀ ਕਰ ਲੂੰਗਾ। ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਤਾਂ ਆਉਂਦਾ ਹੋਏਗਾ, ਤੁਸੀਂ ਬੀਜੇਪੀ ਦੇ ਲੀਡਰ ਹੋ, ਲੋਕ ਤੁਹਾਨੂੰ ਚੁਣਦੇ ਨੇ, ਤੁਸੀਂ ਬੀਜੇਪੀ ਦੇ ਨੁਮਾਇੰਦੇ, ਫਿਰ ਅਗਰ ਤੁਸੀਂ ਲੋਕਾਂ ਦੀ ਗੱਲ ਹੀ ਉਸ ਸਰਕਾਰ ਤੱਕ ਪਹੁੰਚਾ ਨਹੀਂ ਪਾ ਰਹੇ ਤਾਂ ਫਿਰ ਕੀ ਵਸ ਚੱਲਿਆ ਤੁਹਾਡਾ? ਚੱਲੂਗਾ ਤੇ ਫਿਰ ਇਹ ਤਾਂ ਆਪਣੀ ਆਵਾਜ਼ ਤਾਂ ਮੈਂ ਇਹਦਾ ਮਤਲਬ ਸੱਚ ਬੋਲਣਾ ਬੰਦ ਕਰ ਦੇਣਾ ਚਾਹੀਦਾ। ਸੱਚਾਈ ਦੀ ਬਹੁਤ ਵਾਰੀ ਮਾਨਤਾ ਨਹੀਂ ਹੁੰਦੀ, ਸੱਚਾਈ ਨੂੰ ਬਹੁਤ ਪ੍ਰਤਾੜਿਤ ਹੋਣਾ ਪੈਂਦਾ, ਫਿਰ ਸੱਚ ਬੋਲਣਾ ਬੰਦ ਕਰ ਦੇਣਾ ਚਾਹੀਦਾ। ਤੁਸੀਂ ਦੱਸ ਦਿਓ ਜਵਾਬ ਮੈਨੂੰ, ਫਿਰ ਮੈਂ ਉਹ ਕਰ ਲੂੰਗਾ। ਨਹੀਂ ਜੋਸ਼ੀ ਸਾਹਿਬ, ਚੁਣੌਤੀਆਂ ਤਾਂ ਕਈ ਨੇ ਤੁਹਾਡੇ ਅੱਗੇ ਵੀ, ਕਿਉਂਕਿ ਆਪਣੀ ਪਾਰਟੀ ਰਹਿ ਕੇ ਚੁਣੌਤੀਆਂ ਚੋਂ ਨਿਕਲੇ ਆ ਜੀ। ਇਨਸਾਨ ਸਾਰੀ ਉਮਰ, ਇਨਸਾਨ ਦੇ ਅੱਗੇ ਸਾਰੀ ਉਮਰ ਚੁਣੌਤੀਆਂ ਹੁੰਦੀਆਂ, ਤੇ ਉਹਨੂੰ ਫੇਸ ਕਰਨਾ ਚਾਹੀਦਾ ਬਿਨਾਂ ਕਿਸੇ ਡਰ ਭੈ ਦੇ। ਤਾਂ ਮੈਂ ਉਹੀ ਕਰਦਾ ਪਿਆ ਤੇ ਉਹੀ ਕਰੂੰਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਜੀ ਗੱਲਬਾਤ ਕਰਨ ਦੇ ਲਈ। ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤੇ ਜੋਸ਼ੀ ਸਾਹਿਬ ਲਗਾਤਾਰ ਕਿਸਾਨਾਂ ਦੀ ਆਵਾਜ਼ ਚੁੱਕ ਰਹੇ ਨੇ, ਕਹਿ ਰਹੇ ਨੇ ਬੀਜੇਪੀ ਦੇ ਵਿੱਚ ਰਹਿ ਕੇ ਹੀ ਉਹ ਇਸੇ ਤਰੀਕੇ ਨਾਲ ਕਿਸਾਨਾਂ ਦੀ। ਇੱਕ ਦਿਨ ਮੈਂ ਇੱਕ ਗੱਲ ਸੁਣਾਈ ਸੀ ਵੀ ਇੱਕ ਨਾ ਚਿੜੀ ਕਿਤੇ ਜੰਗਲ ਨੂੰ ਅੱਗ ਲੱਗ ਗਈ ਤੇ ਇੱਕ ਚਿੜੀ ਚੁੰਝ ਭਰ ਕੇ ਨਾ ਪਾਣੀ ਉੱਥੇ ਜਾ ਕੇ ਜਾਵੇ ਤੇ ਸੁੱਟ ਆਵੇ। ਉਹ ਬਾਕੀ ਪੰਛੀਆਂ ਨੇ ਮਜ਼ਾਕ ਉਹਦਾ ਉਡਾਇਆ, ਬਾਕੀਆਂ ਦੇ ਤੇਰੀ ਚੁੰਝ ਜਿਹੜੀ ਭਰ ਕੇ ਖੜਦੀ ਹੈ ਤਾਂ ਅੱਗ ਬੁੱਝ ਚੱਲੀ ਹੈ। ਉਹਦੀ ਮੇਰਾ ਤਮਾਸ਼ਾ ਵੇਖਣ ਵਾਲਿਆਂ ਚ ਨਾਂ ਨਹੀਂ ਹੋਊਗਾ, ਮੇਰਾ ਘੱਟ ਤੋਂ ਘੱਟ ਇਹ ਨਾਂ ਇਤਿਹਾਸ ਦੇ ਵਿੱਚ ਹੋਊਗਾ ਵੀ ਮੈਂ ਅੱਗ ਬੁਝਾਉਣ ਵਾਲਿਆਂ ਸੋ ਸੀ, ਲਾਉਣ ਵਾਲਿਆਂ ਨੂੰ ਚੋਂ ਨਹੀਂ ਸੀ। ਇਸ ਕਰਕੇ ਆਪਣੀ ਆਪਣੀ ਕੋਸ਼ਿਸ਼ ਹੈ, ਕਿਸੇ ਨੂੰ ਲੱਗਦਾ ਵਾ ਆਪਾਂ ਪੰਜਾਬੀ ਆ, ਪੰਜਾਬ ਦਾ ਸਾਨੂੰ ਜਿਹੜਾ ਵਾ ਭਾਈਚਾਰੇ ਵਾਸਤੇ, ਪੰਜਾਬ ਦੇ ਸੌਹਾਰਦ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਸਾਨੂੰ ਖੜੇ ਹੋਣਾ ਚਾਹੀਦਾ, ਕਿਉਂਕਿ ਇੱਥੇ ਹੀ ਹੈ ਨਾ ਸਭ ਕੁਝ। ਸਾਡਾ ਤਾਂ ਸਭ ਕੁਝ ਇੱਥੇ ਹੀ ਹੈ, ਰਾਜਨੀਤੀ ਇੱਥੇ, ਸਾਡਾ ਵਪਾਰ ਇੱਥੇ, ਸਾਡਾ ਭਾਈਚਾਰਾ ਇੱਥੇ। ਤੇ ਜੇ ਅਸੀਂ ਇਹ ਕੋਸ਼ਿਸ਼ਾਂ ਕੁਝ ਲੋਕ ਨਹੀਂ ਕਰਨਗੇ ਤੇ ਫਿਰ ਤਾਂ ਇੰਝ ਹੀ ਹੋ ਜਾਊਗਾ ਨਾ, ਵਰਗੀਕਰਨ ਹੋ ਜਾਊਗਾ। ਫਿਰ ਬੀਜੇਪੀ ਦੇ ਉੱਤੇ ਅੱਗੇ ਟੈਗ ਹੈ ਹਿੰਦੂਆਂ ਦੀ ਪਾਰਟੀ ਹੈ, ਫਿਰ ਵਰਗੀਕਰਨ ਹੋ ਜਾਊਗਾ ਨਾ, ਉਹ ਨਹੀਂ ਹੋਣਾ ਚਾਹੀਦਾ। ਬਹੁਤ ਸੰਤਾਪ ਹੰਡਾਇਆ, ਮੇਰੇ ਫਾਦਰ ਸਾਹਿਬ ਅੱਤਵਾਦੀ ਸ਼ਹੀਦ ਹੋਏ, ਬਿਲਕੁਲ ਪੰਜਾਬੀ ਬਣਾਉਂਦੇ ਸੀ। ਪੰਜਾਬੀ ਬਣਾਉਣਾ ਤੇ ਪੰਜਾਬ ਦੀ ਸੇਵਾ ਨਾ, ਪਿੰਡਾਂ 'ਚ ਰਹੇ ਅਸੀਂ। ਹਾਂਜੀ, ਤੇ ਉਹਨਾਂ ਨੂੰ ਫਿਰ ਆਪਣੀ ਕੁਰਬਾਨੀ ਦੇਣੀ ਪਈ। ਇਸ ਕਰਕੇ ਇਹ ਕੁਰਬਾਨੀਆਂ ਦੁਬਾਰਾ ਨਾ ਹੋਣ, ਇਸ ਕਰਕੇ ਸਾਨੂੰ ਟਾਈਮਲੀ ਇਹਦੇ ਵਾਸਤੇ ਐਫਰਟ ਕਰਨ ਦੀ ਜ਼ਰੂਰਤ ਹੈ। ਤਾਂ ਬਿਲਕੁਲ ਅਨਿਲ ਜੋਸ਼ੀ ਜੀ ਬੀਜੇਪੀ 'ਚ ਰਹਿ ਕੇ ਹੀ ਪਾਰਟੀ ਨੂੰ ਸ਼ੀਸ਼ਾ ਵਿਖਾ ਰਹੇ ਨੇ, ਖਾਮੀਆਂ ਉਸ ਦੀਆਂ ਗਿਣਵਾ ਰਹੇ ਨੇ, ਅਲਟੀਮੇਟਮ ਵੀ ਦਿੱਤਾ ਕਿ ਹਮਖਿਆਲੀ ਜਿਹੜੇ ਨੇ ਇਕੱਠੇ ਹੋਣ, ਕਿਸਾਨਾਂ ਦੀ ਆਵਾਜ਼ ਦਿੱਲੀ ਦਰਬਾਰ ਤੱਕ ਪਹੁੰਚਾਉਣ, ਕਿਉਂਕਿ ਕਿਸਾਨਾਂ ਦੇ ਅੰਦੋਲਨ ਨੂੰ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਦਿੱਲੀ ਬਾਰਡਰ ਤੇ, ਪਰ ਪੰਜਾਬ 'ਚ ਇਸ ਅੰਦੋਲਨ ਨੂੰ ਸ਼ੁਰੂ ਹੋਏ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਸਰਕਾਰ ਟਸ ਤੋਂ ਮਸ ਹੋ ਨਹੀਂ ਰਹੀ ਤੇ ਬੀਜੇਪੀ ਵੀ ਇਸ ਮੁੱਦੇ ਤੇ ਵੰਡੀ ਹੋਈ ਵਿਖਾਈ ਦੇ ਰਹੀ ਹੈ। ਹੁਣ ਅਨਿਲ ਜੋਸ਼ੀ ਜੀ ਕਹਿ ਰਹੇ ਨੇ ਇਹਨਾਂ ਨੂੰ ਥੋੜਾ ਪਾਰਟੀ ਤੋਂ ਵੱਖਰਾ ਕਰ ਦਿੱਤਾ ਗਿਆ, ਇਹਨਾਂ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਤੇ ਕੁਝ ਰੋਕ ਲਗਾ ਦਿੱਤੀ ਗਈ ਹੈ, ਪਰ ਇਹ ਪਾਰਟੀ ਦੇ ਵਿੱਚ ਰਹਿ ਕੇ ਹੀ ਇਸੇ ਤਰੀਕੇ ਨਾਲ ਇਸ ਮੁੱਦੇ ਤੇ ਆਵਾਜ਼ ਬੁਲੰਦ ਕਰਦੇ ਰਹਿਣਗੇ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ।